मेरा गान है प्रोग्राम लेकर मैं आपकी खिदमत में हाज़िर हुआ हूँ। और डॉक्टर राना फैज़ुल्लाह साहब इस वक्त हमारे साथ हैं। उनसे जो पाकिस्तान में इस वक्त पॉलिटिकल पोलराइजेशन है उसके हवाले से बात करते हैं। अस्सलाम वालेकुम जी। वालेकुम अस्सलाम सर। डॉक्टर साहब की हाल है ਤੁਹਾਡਾ? अल्लाह का शुक्र सर। अच्छा डॉक्टर ਸਾਹਿਬ ਪਿਛਲੇ ਪ੍ਰੋਗਰਾਮ ਜਿਸ ਤਰ੍ਹਾਂ ਤੁਹਾਡੇ ਨਾਲ ਗੁਫ਼ਤਗੂ ਕੀਤੀ ਸੀ ਜਿਹੜਾ ਨਾ ਪੀਐਚਡੀ ਦੇ ਹਵਾਲੇ ਨਾਲ ਜਿਹੜੇ ਨੇ ਉਹਦਾ ਸਟੈਂਡਰਡ ਜਿਹੜਾ ਪਾਕਿਸਤਾਨ 'ਚ ਕਿਉਂ ਲੋ ਹੈ ਔਰ ਬੜਾ ਜਿਹੜਾ ਨਾ ਲੋਕਾਂ ਨੇ ਉਹਨੂੰ ਪਸੰਦ ਵੀ ਕੀਤਾ ਔਰ ਬੜੀਆਂ ਮਜ਼ੇਦਾਰ ਗੱਲਾਂ ਜਿਹੜੀਆਂ ਹੋਈਆਂ। ਤੁਸੀਂ ਡਾਕਟਰ ਸਾਹਿਬ ਮੈਨੂੰ ਇਹ ਦੱਸੋ ਕਿ ਪਾਕਿਸਤਾਨ 'ਚ ਜਿਹੜਾ ਇਸ ਵੇਲੇ ਪੋਲੀਟੀਕਲ ਸਿਨੈਰੀਓ ਚੱਲ ਰਿਹਾ ਹੈ ਉਹਦੇ ਵਿੱਚ ਤੁਹਾਡਾ ਕੀ ਨੁਕਤਾ ਨਜ਼ਰ ਹੈ ਕਿ ਇਹ ਕਿੱਥੇ ਜਾ ਕੇ, ਕਿਉਂਕਿ ਹਰ ਬੰਦਾ ਹੀ ਫਰਸਟ੍ਰੇਟ ਹੋਇਆ, ਇਹਦਾ ਕੋਈ ਇਖਤਤਾਮ ਨਹੀਂ ਹੋ ਰਿਹਾ। ਯਾਨੀ ਮਾਰਚ ਅਪ੍ਰੈਲ 'ਚ ਜਿਹੜਾ ਮਾਮਲਾ ਸ਼ੁਰੂ ਹੋਇਆ ਹੈ ਇਹ ਕਿਸੇ ਊਂਟ ਕਿਸੇ ਕਰਵਟ ਬਹਿ ਨਹੀਂ ਰਿਹਾ। ਤੁਹਾਡਾ ਕੀ ਖਿਆਲ ਇਹਦੇ ਬਾਰੇ 'ਚ? ਹਾਂ ਸਰ, ਸਭ ਬਹੁਤ ਸਾਰੇ ਲੋਕ ਦੋਸਤਾਂ ਦੇ ਨਾਲ ਮੇਰੀ ਮੁਲਾਕਾਤ ਹੋਈ ਇਸ 'ਤੇ ਔਰ ਉਹ ਵੀ ਇਹ ਹੀ ਗੱਲ ਪੁੱਛਦੇ ਨੇ ਕਿ ਯਾਰ ਇਹ ਕਦੋਂ ਮੁੱਕੇਗਾ ਜਾ ਕੇ ਕਿ ਲੋਕਾਂ ਦੀ ਜ਼ਿੰਦਗੀ ਆਸਾਨ ਹੋਵੇ। ਲੇਕਿਨ ਸਰ ਪ੍ਰੈਡਿਕਸ਼ਨ ਇਹਦੀ ਕੀ ਕੀਤੀ ਜਾ ਸਕਦੀ? ਇਹ ਤੇ ਜਿੱਦਣ ਖੁਦ ਚਾਹਣਗੇ ਸਾਰੇ ਜਿੰਨੇ ਵੀ ਸਟੇਕ ਨੇ ਇਹਦੇ ਵਿੱਚ, ਅਗਰ ਉਹ ਸਾਰੇ ਖੁਦ ਚਾਹਣਗੇ ਕਿ ਅੱਜ ਇਹ ਕੰਮ ਨਹੀਂ ਕਰਨਾ ਉਦੋਂ ਖਤਮ ਹੋ ਜਾਏਗਾ। ਤੇ ਜਿੰਨੀ ਦੇਰ ਤੱਕ ਇਹਨਾਂ ਦੇ ਜ਼ਾਤੀ ਮਫਾਦਾਤ ਦੋਵਾਂ ਪਾਰਟੀਆਂ ਦੇ, ਮੈਂ ਨਹੀਂ ਆਂਦਾ ਕਿ ਕਿਸੇ ਇੱਕ ਦੇ, ਸਭ ਦੇ, ਬਲਕਿ ਹੋਰ ਲੋਕਾਂ ਨੂੰ ਵਿੱਚ ਸ਼ਾਮਲ ਕਰ ਲਓ ਜਿਨ੍ਹਾਂ ਦਾ ਨਾਮ ਹੀ ਨਹੀਂ ਲੈਣਾ ਚਾਹੀਦਾ, ਮੁਕੱਦਸ ਲੋਕ, ਉਹ ਸਾਰਿਆਂ ਨੂੰ ਤੁਸੀਂ ਸ਼ਾਮਲ ਕਰ ਲਓ। ਜਿੱਦਣ ਉਹ ਸਾਰੇ ਰਲ ਕੇ ਬਹਿ ਕੇ ਕਹਿਣਗੇ ਚਲੋ ਯਾਰ ਬੜੀ ਹੋ ਗਈ, ਉਦੋਂ ਖਤਮ ਹੋ ਜਾਏਗਾ। ਹੁਣ ਉਹ ਪਤਾ ਨਹੀਂ ਇਹਨੂੰ ਕੋਈ 2 ਮਹੀਨੇ ਹੋਰ ਲੱਗਦੇ ਨੇ, 4 ਲੱਗਦੇ ਨੇ ਜਾਂ ਸਾਲ ਹੀ ਲੱਗ ਜਾਂਦਾ, ਲੇਕਿਨ ਉਨੀ ਦੇਰ ਤੱਕ ਉਹ ਤੇ ਥੋੜ੍ਹੇ ਲੋਕ ਨੇ, ਲੇਕਿਨ ਬਾਕੀ ਜਿਹੜੀ ਵਿਚਾਰੀ ਕੌਮ ਹੈ ਸਾਰੀ, ਕੋਈ 22 ਕਰੋੜ ਹੈ ਜਾਂ ਜਿੰਨੀ ਵੀ ਹੈ ਉੱਤੇ ਥੱਲੇ, ਉਹ ਸਾਰੀ ਫਰਸਟ੍ਰੇਸ਼ਨ ਦਾ ਸ਼ਿਕਾਰ ਹੈ ਔਰ ਬੜਾ ਮੁਸ਼ਕਲ ਵਕਤ ਹੈ ਇਸ ਕੌਮ ਦੇ ਉੱਤੇ। ਦੂਸਰੇ ਨੰਬਰ 'ਤੇ ਸੈਲਾਬ ਨੇ, ਮੁਲਕ ਦੇ ਮਤਲਬ ਕ੍ਰੌਪਸ ਜਿਹੜੀਆਂ ਨੇ ਉਹ ਤਬਾਹ ਹੋ ਗਈਆਂ ਨੇ ਔਰ ਮੁਆਸ਼ੀ ਜਿਹੜੇ ਹਾਲਾਤ ਨੇ ਲੋਕਾਂ ਦੇ ਬਹੁਤ ਜ਼ਿਆਦਾ ਖ਼ਰਾਬ ਨੇ ਔਰ ਜਿਹੜੇ ਸ਼ਾਇਦ ਬਿਆਨ ਨਹੀਂ ਕੀਤੇ ਜਾਂਦੇ ਔਰ ਜਿਹੜੇ ਸ਼ਾਇਦ ਮੀਡੀਆ ਵੀ ਬਿਆਨ ਨਹੀਂ ਕਰਦਾ ਪਿਆ। ਅਤੇ ਇਸ ਬਾਰੇ 'ਚ ਇਹ ਹੀ ਕਿਹਾ ਜਾ ਸਕਦਾ, ਦੁਆ ਹੀ ਕੀਤੀ ਜਾ ਸਕਦੀ ਆਪਣੇ ਅੱਲਾ ਅੱਗੇ ਕਿ ਇਹਨੂੰ ਜਿੰਨੀ ਜਲਦੀ ਹੋ ਸਕੇ ਇਹਨਾਂ ਨੂੰ ਕੋਈ ਹੋਸ਼ ਤੇ ਨਾਖਨ ਲੈਣ ਸਾਰੇ, ਅਤੇ ਮੁਲਕ ਦੇ ਹਾਲਾਤ ਬਿਹਤਰ ਕਰਨ ਤਾਂ ਕਿ ਆਵਾਮ ਜਿਹੜੀ ਉਹ ਵੀ ਕੋਈ ਸੁੱਖ ਦਾ ਸਾਹ ਲੈ ਲਵੇ। ਅੱਛਾ ਰਾਣਾ ਸਾਹਿਬ ਮੈਨੂੰ ਇਹ ਦੱਸੋ ਕਿ ਉਹ ਪੰਜਾਬੀ ਦਾ ਇੱਕ ਮੁਹਾਵਰਾ ਹੈ ਕਿ ਇਹਨੇ ਦੇ ਸਿਰੋਂ ਪੈਰੋਂ ਲਾ ਦਿੱਤੀ ਹੈ। ਕਿਆ ਤੁਹਾਨੂੰ ਇਹ ਨਹੀਂ ਨਜ਼ਰ ਆ ਰਿਹਾ ਕਿ ਜਿਹੜਾ ਨਾ ਹੈਵ ਔਰ ਹੈਵ ਨਾਟਸ ਦੇ ਦਰਮਿਆਨ ਜਿਹੜਾ ਡਿਫਰੈਂਸ ਹੈ ਉਹ ਇੰਨਾ ਕੁ ਜ਼ਿਆਦਾ ਹੁੰਦਾ ਜਾ ਰਿਹਾ ਕਿ ਸਾਨੂੰ ਇਨਕਲਾਬੇ ਰੂਸ, ਇਨਕਲਾਬੇ ਫਰਾਂਸ, ਉਹਨਾਂ ਦੀ ਯਾਦ ਜਿਹੜੀ ਹੈ ਨਾ ਉਹ ਆਉਣ ਲੱਗ ਪਈ ਕਿ ਉੱਥੇ ਵੀ ਇਹੋ ਕੁਛ ਹੋਇਆ ਸੀ ਅਤੇ ਫਿਰ ਬੜਾ ਕਤਲੋ ਗਾਰਤ ਔਰ ਇਹ ਹੋਇਆ। ਕਿਆ ਇਹ ਸਾਡੇ ਜਿਹੜੇ ਸਾਰੇ ਸਟੇਕ ਹੋਲਡਰ ਨੇ, ਸਿਆਸੀ ਪਾਰਟੀਆਂ ਔਰ ਸਾਡੇ ਜਿਹੜੇ ਨੇ ਰਿਆਸਤ ਦੇ ਜਿਹੜੇ ਅਨਾਸਰ ਨੇ, ਜਿਹੜਾ ਨਾ ਤੁਸੀਂ ਜਿਹੜੀ ਇਹ ਮੁਕੰਨਾ ਜਾਂ ਅਦਲੀਆ ਔਰ ਸਾਡੀ ਜਿਹੜੀ ਨਾ ਬਿਊਰੋਕਰੇਸੀ ਔਰ ਦੂਸਰੇ ਜਿਹੜੇ ਅਨਾਸਰ ਨੇ, ਕਿਆ ਇਹਨਾਂ ਨੂੰ ਕੋਈ ਜ਼ਰਾ ਨਹੀਂ ਇਹਦੇ ਬਾਰੇ ਕੋਈ ਸੋਚ ਆ ਰਹੀ ਕਿ ਇਹਦੇ ਨਾਲ ਤਾਂ ਬੜੀ ਗੜਬੜ ਹੋਏਗੀ ਅਗਰ ਇੰਝ ਹੀ ਇਹ ਹੁੰਦਾ ਚੱਲਦਾ ਰਿਹਾ ਜਿਹੜਾ ਨਾ? ਅਸਲ ਸਰ ਇਹ ਮਫਰੂਜ਼ਾਤ ਨੇ ਜਿਹੜੇ ਤੁਸੀਂ ਮਤਲਬ ਪੇਸ਼ ਕਰ ਰਹੇ ਹੋ ਕਿ ਇਸ ਤਰ੍ਹਾਂ ਹੋਵੇਗਾ ਤਾਂ ਕਿਸ ਤਰ੍ਹਾਂ ਹੋ ਜਾਏਗਾ। ਅਗਰ ਕੁਛ ਹੋਣਾ ਹੁੰਦਾ ਤਾਂ ਹੁਣ ਤੱਕ ਮੇਰਾ ਖਿਆਲ ਹੈ ਕਾਫੀ ਕੁਛ ਹੋ ਚੁੱਕਿਆ ਹੁੰਦਾ, ਲੇਕਿਨ ਹਾਲੀ ਵੀ ਲੋਕਾਂ ਦਾ ਸ਼ਾਇਦ ਸਾਹ ਨਿਕਲਦਾ ਪਿਆ। ਦੂਸਰੀ ਗੱਲ ਇਹ ਕਿ ਅਗਰ ਅਸੀਂ ਹਿਸਟਰੀ ਨੂੰ ਵੇਖੀਏ ਨਾ, ਤੇ ਹਿੰਦੁਸਤਾਨ ਇੱਕ ਐਸਾ ਖਿੱਤਾ ਜਿਹਦੇ ਵਿੱਚ ਕੋਈ ਖਾਸ ਕਿਸਮ ਦਾ ਕਦੀ ਇਨਕਲਾਬ ਨਹੀਂ ਆਇਆ। ਅਗਰ ਤੁਸੀਂ ਮਹਿਮੂਦ ਗਜ਼ਨਵੀ ਤੋਂ ਵੇਖੋ ਤੇ ਉਸ ਤੋਂ ਬਾਅਦ ਤੁਸੀਂ ਮੁਸਲਸਲ ਵੇਖੋ ਕਿ ਜਿਹੜੇ ਲੋਕ ਹਮਲਾਵਰ ਸਨ ਉਹਨਾਂ ਦੇ ਖਿਲਾਫ ਵੀ ਲੋਕੀ ਨਹੀਂ ਉੱਠੇ, ਕਿਉਂਕਿ ਲੋਕੀ ਤਕਰੀਬਨ ਇੱਥੇ ਖੁਸ਼ਹਾਲ ਸਨ, ਉਹਨਾਂ ਨੂੰ ਰੋਟੀ ਲੱਭਦੀ ਸੀ, ਉਹਨਾਂ ਨੇ ਠੀਕ ਹੈ ਜਿਹੜਾ ਵੀ ਆ ਗਿਆ ਕੋਈ ਗੱਲ ਨਹੀਂ। ਔਰ ਪਾਕਿਸਤਾਨ ਬਣਨ ਤੋਂ ਬਾਅਦ ਵੀ ਕੋਈ ਖਾਸ ਇਨਕਲਾਬ ਤੇ ਨਹੀਂ ਆਇਆ। ਇੱਕ ਦੋ ਵਾਰੀ ਕੋਈ ਸੀਰੀਅਸ ਕੋਸ਼ਿਸ਼ ਕੀਤੀ ਗਈ, ਲੇਕਿਨ ਜਿਹੜੇ ਲੋਕ ਉਹਦੇ ਵਿੱਚ ਸ਼ਾਮਲ ਸਨ ਉਹਨਾਂ 'ਤੇ ਬਗਾਵਤ ਦੇ ਕੇਸ, ਦੂਸਰੇ ਕੇਸ, ਤੀਸਰੇ ਬਣਾ ਕੇ ਉਹਨਾਂ ਨੂੰ ਫੜ ਲਿਆ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ, ਜਲਾ ਵਤਨ ਕੀਤਾ ਗਿਆ। ਇਹ ਵੀ ਇੱਕ ਹਿਸਟਰੀ ਹੈ। ਅਤੇ ਹੁਣ ਵੀ ਜਿਹੜੇ ਲੋਕ ਨੇ ਉਹ ਮਤਲਬ ਇਸ ਤਰ੍ਹਾਂ ਦੀ ਸਾਡੇ ਅੰਦਰ ਕਲਾਸ ਡਿਸਟਿੰਕਸ਼ਨ ਹੋ ਚੁੱਕੀ ਹੈ ਕਿ ਤੁਸੀਂ ਅਗਰ ਗੌਰ ਕਰੋ ਨਾ ਤਾਂ ਇੱਕ ਕਲਾਸ ਜਿਹੜੀ ਹੈ ਉਹ ਇੰਨੀ ਮਹਿੰਗਾਈ 'ਚ ਵੀ ਉਹਨਾਂ ਨੂੰ ਕੁਛ ਫੀਲ ਨਹੀਂ ਹੁੰਦਾ। ਜਾ ਕੇ ਤੁਸੀਂ ਮੈਂ ਵਹਿੰਦੇ ਹੀ ਰਹਿੰਦੇ ਹਾਂ ਜਾ ਕੇ, ਉਹ ਖਾਂਦੇ ਪੀਂਦੇ ਨੇ, ਗੱਡੀਆਂ 'ਚ ਪੈਟਰੋਲ ਪਵਾਉਂਦੇ ਨੇ, ਬਿਜਲੀ ਦੇ ਬਿੱਲ ਵੀ ਉਹਨਾਂ ਨੂੰ ਕੁਛ ਨਹੀਂ ਆਉਂਦੇ, ਅਤੇ ਉਹ ਆਉਂਦੇ ਨੇ ਸਭ ਕੁਛ ਠੀਕ ਹੈ ਕਿਉਂਕਿ ਉਹਨਾਂ ਵਾਸਤੇ ਠੀਕ ਹੈ, ਆਪਣੀ ਤਕਲੀਫ ਹੀ ਆਪਣੀ ਹੁੰਦੀ ਹੈ। ਲੇਕਿਨ ਜਿਹੜੀ ਵਿਚਾਰੀ ਦੂਸਰੀ ਕਲਾਸ ਹੈ ਉਹਨੂੰ ਮੈਂ ਹੁਣ ਦੂਸਰੀ ਕਲਾਸ ਉਹਦੇ ਮਜ਼ੀਦ ਜਿਹੜੀ ਨਾ ਉਹ ਕਲਾਸ ਨੂੰ ਡਿਸਕ੍ਰਿਮੀਨੇਟ ਖਤਮ ਹੋ ਗਈ ਹੈ, ਯਾਨੀ ਉਹ ਵੀ ਗਰੀਬ ਹੀ ਹੋ ਗਏ ਨੇ, ਅਤੇ ਜਿਹੜੇ ਗਰੀਬ ਨੇ ਉਹ ਅੱਗੇ ਗਰੀਬ ਨੇ। ਮੈਂ ਮੁਖਤਲਿਫ ਜਗ੍ਹਾ ਤੋਂ ਜਦੋਂ ਗੁਜ਼ਰਨਾ ਤਾਂ ਬਾਹਰ ਵੱਡੀਆਂ ਵੱਡੀਆਂ ਮੈਂ ਗੱਡੀਆਂ ਵੇਖਣਾ ਖਲੋਤਾ ਹੈ, ਇੰਡਸਟਰੀ ਅੰਦਰ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ, ਉਹਨਾਂ ਦੇ ਹੱਥ ਪੈਰ ਕਾਲੇ ਹੋਏ ਨੇ, ਲੇਕਿਨ ਉਹ ਕੋਈ ਅਜੀਬ ਜਿਹੀ ਮੰਜ਼ਰ ਪੇਸ਼ ਕਰਦੇ ਨੇ। ਉਹ ਵੇਖ ਕੇ ਵੀ ਸਾਨੂੰ ਕੋਈ ਖਿਆਲ ਨਹੀਂ ਆਉਂਦਾ ਕਿ ਇਹ ਵਿਚਾਰੇ ਜਿਹੜੇ 15-20 ਹਜ਼ਾਰ ਰੁਪਈਆ ਕਮਾਉਂਦੇ ਨੇ ਇਹ ਬਿੱਲ ਕਿੱਥੋਂ ਦੇਣਗੇ? ਅਗਰ ਇਹ ਮੋਟਰਸਾਈਕਲ 'ਤੇ ਵੀ ਕਿਤੇ ਕੰਮ 'ਤੇ ਜਾਂਦੇ ਨੇ ਜਾਂ ਆਉਂਦੇ ਨੇ ਤਾਂ ਕਿੱਥੋਂ ਪੈਟਰੋਲ ਪਵਾਉਣਗੇ? ਫਿਰ ਉਹਨਾਂ ਦੇ ਬੱਚੇ ਨੇ, ਫਿਰ ਬਿਮਾਰੀ ਵੀ ਹੈ, ਕਿਉਂਕਿ ਗੌਰਮੈਂਟ ਨੇ ਤੇ ਕੋਈ ਐਸਾ ਇੰਤਜ਼ਾਮ ਨਹੀਂ ਕੀਤਾ। ਗੋ ਕਿ ਗੌਰਮੈਂਟ ਨੇ ਕੋਸ਼ਿਸ਼ ਕੀਤੀ
ਲੇਕਿਨ ਉਹ ਚੰਦ ਵੱਡੀਆਂ ਬਿਮਾਰੀਆਂ ਵਾਸਤੇ ਉਹਨਾਂ ਕਾਰਡ ਦਿੱਤਾ ਹੈ। ਲੇਕਿਨ ਜਿਹੜੇ ਬੱਚੇ ਆਮ ਬਿਮਾਰ ਹੋਏ ਨੇ ਰੂਟੀਨ ਵਾਈਜ਼ ਉਹਨਾਂ ਦੇ ਵੀ ਪੈਸੇ ਬੜੇ ਲੱਗਦੇ ਨੇ, ਤੇ ਉਹ ਵਿਚਾਰੇ ਇਲਾਜ ਵੀ ਨਹੀਂ ਕਰਾ ਸਕਦੇ। ਡਾਕਟਰ ਨੂੰ ਤੁਸੀਂ ਵਿਜ਼ਿਟ ਕਰ ਲਓ ਤੇ ਤੁਹਾਡਾ ਆਧਾਰ ਦਿਓ ਤੇ ਜਿਹੜਾ ਨਾ ਉਹ ਦਵਾਈਆਂ ਤੇ ਵਿਜ਼ਿਟ ਦਾ ਜਿਹੜਾ ਤੇ ਹੁਣ ਉਹ ਉਹਨਾਂ ਨੂੰ ਕੀ ਖਵਾਏਗਾ? ਤੇ ਇਸ ਵਾਸਤੇ ਜਿਹੜਾ ਇਨਕਲਾਬ ਹੈ ਨਾ, ਇਨਕਲਾਬ ਵਾਸਤੇ ਜਾਂ ਤੇ ਆਵਾਮ ਇਹ ਤਹਈਆ ਕਰ ਲਵੇ ਕਿ ਠੀਕ ਹੈ ਹੁਣ ਜਾਂ ਤੇ ਮਰਾਂਗੇ ਤੇ ਜਾਂ ਫਿਰ ਜ਼ਿੰਦਗੀ ਮਿਲੇਗੀ, ਇਹ ਦੋ ਗੱਲਾਂ ਨੇ। ਤੇ ਜੇ ਆਵਾਮ ਇਹ ਸਮਝਦੀ ਹੈ ਕਿ ਹਲੇ ਵੀ ਜ਼ਿੰਦਗੀ ਮਿਲ ਸਕਦੀ ਹੈ ਤਾਂ ਉਹਨਾਂ ਬਾਹਰ ਨਹੀਂ ਨਿਕਲਣਾ। ਤੀਸਰੀ ਗੱਲ ਇਹ ਵੇ ਕਿ ਅਗਰ ਤੁਸੀਂ ਇਮਰਾਨ ਖਾਨ ਨੂੰ ਵੇਖੋ ਨਾ, ਕਿ ਇਮਰਾਨ ਖਾਨ ਕੋਸ਼ਿਸ਼ ਕਰ ਰਿਹਾ, ਤੇ ਇਮਰਾਨ ਖਾਨ ਵੀ ਸ਼ਾਇਦ ਮੇਰਾ ਖਿਆਲ ਹੈ ਕਿ ਕੋਈ ਦਰਮਿਆਨੀ ਰਸਤਾ ਲੱਭਦਾ ਪਿਆ ਕਿ ਜਿਹਦੇ ਵਿੱਚ ਚਲੋ ਕੋਈ ਇਹੋ ਜਿਹੀ ਰਾਹ ਨਿਕਲ ਆਏ ਕਿ ਇਹ ਕੰਮ ਅੱਗੇ ਨਾ ਟੁਰੇ। ਲੇਕਿਨ ਮੇਰਾ ਖਿਆਲ ਹੈ ਅਗਰ ਤੇ ਉਹਨੂੰ, ਉਹ ਅਗਰ ਬਹੁਤ ਵੱਡਾ ਲੀਡਰ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਜਿਸ ਤਰ੍ਹਾਂ ਉਹਨੇ ਕੌਮ ਨੂੰ ਇੱਕ ਕੌਮ ਬਣਾ ਦਿੱਤਾ ਸੀ, ਉਹਨੂੰ ਚਾਹੀਦਾ ਹੁਣ ਜ਼ਿਆਦਾ ਇੰਤਜ਼ਾਰ ਨਾ ਕਰੇ। ਜ਼ਿਆਦਾ ਤੋਂ ਜ਼ਿਆਦਾ ਕੀ ਇਹ ਬੰਦਾ ਮਰ ਹੀ ਜਾਂਦਾ ਨਾ, ਤੇ ਮਾਰੋ ਨੇ ਵੈਸੇ ਵੀ ਜਾਣਾ ਹੁੰਦਾ, ਤੇ ਫਿਰ ਕਿਉਂ ਨਾ ਕੌਮ ਵਾਸਤੇ ਮਰ ਜਾਵੋ ਤੁਸੀਂ, ਤੇ ਨਿਕਲ ਪੈਣਾ ਚਾਹੀਦਾ ਸੀ। ਤੇ ਜੇ ਨਹੀਂ ਨਿਕਲਣਾ ਤੇ ਫਿਰ ਉਹਨੂੰ ਸਰੈਂਡਰ ਕਰ ਦੇਣਾ ਚਾਹੀਦਾ। ਫਿਰ ਲੋਕਾਂ ਦੀ ਜੋ ਵੀ ਹਾਲਤ ਹੈ, ਜਿਸ ਤਰ੍ਹਾਂ ਦੇ ਵੀ ਇਹ ਰੋਂਦੇ ਨੇ, ਪਿੱਟਦੇ ਨੇ, ਮਰਦੇ ਨੇ, ਉਹ ਇੰਝ ਹੀ ਰਹਿਣਾ। ਅੱਛਾ, ਇਹਦੇ ਵਿੱਚ ਮੇਰਾ ਇੱਕ ਜਿਹੜਾ ਨਾ ਮੈਂ ਜੋ ਆਬਜ਼ਰਵ ਕਰ ਰਿਹਾ, ਮੈਂ ਜ਼ਾਹਰ ਤੁਸੀਂ ਵੀ ਮੀਡੀਆ ਸਟੱਡੀਜ਼ ਦੇ ਜਿਹੜਾ ਨਾ ਸਕਾਲਰ ਹੋ, ਮੈਂ ਵੀ ਮੀਡੀਆ ਸਟੱਡੀਜ਼ ਦੇ ਵਿੱਚ ਜਿਹੜਾ ਨਾ ਕਰ ਵੀ ਰਿਹਾ ਜਰਨਲਿਜ਼ਮ ਔਰ ਪੜ੍ਹਾ ਵੀ ਰਿਹਾ ਵਾਂ। ਮੈਂ ਜੋ ਵੇਖ ਰਿਹਾ ਵਾਂ ਉਹ ਮੈਨੂੰ ਇਹ ਨਜ਼ਰ ਆ ਰਿਹਾ ਕਿ ਉਹ ਤੇ ਹਾਲੇ ਵੀ ਬੜਾ ਲੀਨੀਅੰਟ ਜਿਹਾ ਹੋਇਆ ਹੋਇਆ ਹੈ ਕਿ ਚਲੋ ਕੋਈ ਕੱਢ ਲਓ ਰਸਤਾ, ਚਲੋ ਕੋਈ ਕੱਢ ਲਓ ਰਸਤਾ, ਠੀਕ ਹੈ। ਅਦਰਵਾਈਜ਼ ਪਬਲਿਕ ਤੇ ਪੂਰੀ ਤਰ੍ਹਾਂ ਚਾਰਜ ਹੈ। ਮੈਂ ਇੱਕ ਜਗ੍ਹਾ ਖਵਾਤੀਨ ਨੂੰ, ਬਲਕਿ 2-3 ਜਗ੍ਹਾ ਮੈਂ ਕਵਰੇਜ ਕਰਨ ਵਾਸਤੇ ਗਿਆ, ਤੇ ਖਵਾਤੀਨ ਬੰਦਿਆਂ ਨਾਲੋਂ ਜ਼ਿਆਦਾ ਗਾਲਾਂ ਕੱਢਣ ਡਈਆਂ ਨੇ। ਔਰ ਉਹ ਟ੍ਰੈਫਿਕ ਬਲਾਕ ਉਹਨਾਂ ਕੀਤੀ ਸੀ, ਜਿੱਥੋਂ ਕੋਈ ਅਗਾਂਹ ਹੋਣਾ ਚਾਹੁੰਦਾ ਸੀ ਨਾ, ਉਹਦੇ ਮੂੰਹ ਤੇ ਚਪੇੜ ਮਾਰ ਦਿੰਦੀਆਂ ਨੇ, ਤੇਰੇ ਘਰ ਨਹੀਂ ਬਿੱਲ ਆਇਆ 20,000, ਤੈਨੂੰ ਨਹੀਂ ਆਏ, ਤੂੰ ਕਿਉਂ ਮੋਟਰਸਾਈਕਲਾਂ ਕਰਨ ਡਿਆ ਇੱਥੇ ਖਿਲਾਰ। ਅੱਛਾ, ਜਿਹੜੀ ਔਨ ਗਰਾਊਂਡ ਜਿਹੜੀ ਹੈ ਨਾ ਸਿਚੁਏਸ਼ਨ, ਉਹ ਤੇ ਬੜੀ ਜਿਹੜੀ ਨਾ ਆਤਿਫਸ਼ਾਂ ਇੱਕ ਬਣਿਆ ਹੋਇਆ ਹੈ, ਔਰ ਛੋਟੀ ਜਿਹੀ ਚਿੰਗਾਰੀ ਉਹਨੂੰ ਹੋਣਾ ਚਾਹੀਦੀ ਹੈ ਕਿ ਜਿਹੜਾ ਨਾ। ਅੱਛਾ, ਇਮਰਾਨ ਲੈਟ ਸਪੋਜ਼ ਤੁਸੀਂ ਜਿਵੇਂ ਗੱਲ ਕਰਦੇ ਹੋ, ਉਹ ਕੋਈ ਡਿਲੇ ਕਰਦਾ ਹੈ ਤੇ ਲੋਕ ਆਪੇ ਹੀ ਕਿਤੇ ਨਿਕਲ ਆਉਂਦੇ ਨੇ, ਜਾਂ ਇਹਨੂੰ ਉਹ ਫੜ ਲੈਂਦੇ ਨੇ ਤੇ ਇਹ ਆਪੇ ਹੀ ਕਿਤੇ ਨਿਕਲ ਆਉਂਦੇ ਨੇ। ਤੇ ਇਹ ਕੀ ਸਿਚੁਏਸ਼ਨ ਬਣੇਗੀ ਰਾਣਾ ਸਾਹਿਬ? ਬੜੀ ਅਲਾਰਮਿੰਗ ਚੀਜ਼ ਹੈ ਇਹ ਸਰ। ਇੱਕ ਤਾਂ ਚੀਜ਼ ਜਿਹੜੀ ਤੁਸੀਂ ਜ਼ਿਕਰ ਕੀਤਾ ਨਾ ਔਰਤਾਂ ਵਾਲੀ, ਔਰਤ ਨੂੰ ਘਰ ਚਲਾਉਣਾ ਪੈਂਦਾ। ਮਰਦ ਪੈਸੇ ਕਮਾ ਕੇ ਦੇ ਦਿੰਦਾ ਜਿਸ ਤਰ੍ਹਾਂ ਮਰਜ਼ੀ, ਇਹਨੂੰ ਸੈਟਲ ਕਰ, ਮੈਨੂੰ ਨਹੀਂ ਪਤਾ, ਮੇਰੇ ਕੋਲ ਇਹੋ ਕੁਝ ਹੀ ਹੈ। ਤੇ ਜਦੋਂ ਉਹਨੂੰ ਸੈਟਲਮੈਂਟ ਕਰਨੀ ਪੈਂਦੀ ਹੈ ਔਰ ਉਹਦਾ ਬਜਟ ਓਵਰ ਹੋ ਜਾਂਦਾ, ਤੇ ਫਿਰ ਉਹਨੇ ਵਿਚਾਰੀ ਨੇ ਕੀ ਕਰਨਾ ਦੱਸੋ? ਕੁਝ ਹੋ ਸਕਦਾ? ਫਿਰ ਉਹਨੇ ਇਹੋ ਕੁਝ ਹੀ ਕਰਨਾ। ਉਹ ਕਹਿੰਦੇ ਨੇ ਤੰਗ ਆਮਦ ਬਜੰਗ ਆਮਦ, ਤੇ ਉਹ ਤੰਗ ਹੋ ਗਈ। ਦੂਸਰੀ ਗੱਲ ਇਹ ਵੀ ਕਿ ਜਿਹੜੇ ਅਰਬਾਬੇ ਇਖਤਿਆਰ ਨੇ ਉਹ ਕਿਉਂ ਨਹੀਂ ਇਹਦੇ 'ਤੇ ਸੋਚਦੇ ਪਏ? ਉਹ ਸਾਰੇ ਇਸ ਵਾਸਤੇ ਨਹੀਂ ਸੋਚਦੇ ਪਏ ਕਿ ਉਹਨਾਂ ਦੇ ਪ੍ਰੈਸ਼ਰ, ਜਿੱਥੇ ਮੇਰੀ ਆਪਣੀ ਆਬਜ਼ਰਵੇਸ਼ਨ ਹੈ ਕਿ ਸਾਡੀ ਐਸਟੈਬਲਿਸ਼ਮੈਂਟ ਤੇ ਹਕੂਮਤ ਹੈ ਅੱਗੇ ਹੀ, ਉਹਨੂੰ ਤੁਸੀਂ ਇੱਕ ਸਾਈਡ 'ਤੇ ਰਹਿੰਦੇ ਹੋ, ਉਹਦੇ 'ਤੇ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਨਾ ਬਾਹਰ ਦਾ, ਅਮਰੀਕਾ ਦਾ ਸਪੈਸ਼ਲੀ। ਖੁੱਲ੍ਹ ਕੇ ਗੱਲ ਹੈ ਜੀ। ਅਮਰੀਕਨ ਪ੍ਰੈਸ਼ਰ ਬਹੁਤ ਜ਼ਿਆਦਾ ਹੈ, ਔਰ ਉਸ ਪ੍ਰੈਸ਼ਰ ਨੂੰ ਉਹ ਬੜੀ ਗਹਿਰਾਈ ਤੱਕ ਲੈ ਗਏ ਨੇ। ਮਤਲਬ ਉਹ ਸਮਝ ਲਵੋ ਜਿਹਨੂੰ ਆਉਂਦੇ ਨੇ ਲੇਟ ਜਾਣਾ, ਉਹ ਹੁਣ ਉਹਨਾਂ ਦੇ ਉੱਤੇ ਕਹਿੰਦੇ ਨੇ ਵੀ ਜੀ ਕੀ ਕਰੀਏ ਦੱਸੋ, ਅੱਗੋਂ ਕੀ ਕਰੀਏ, ਅੱਗੋਂ ਮੇਰੇ ਆਕਾ ਕੀ ਹੁਕਮ ਹੈ। ਉਹ ਹੁਣ ਇਹਦੇ 'ਚੋਂ ਨਿਕਲ ਨਹੀਂ ਸਕਦੇ ਵੇ, ਕਿਉਂਕਿ ਇਹ ਖਾਲੀ ਸਿਰਫ ਚੰਦ ਸਿਆਸਤਦਾਨ ਐਕਸਪੋਜ਼ ਨਹੀਂ ਹੋਏ, ਬਲਕਿ ਉਹ ਜਿਨ੍ਹਾਂ 'ਤੇ ਅਸੀਂ ਤਕੀਆ ਕਰਕੇ ਬੈਠੇ ਸਾਂ ਨਾ, ਉਹ ਵੀ ਐਕਸਪੋਜ਼ ਹੋ ਗਏ ਨੇ। ਤੇ ਜਦੋਂ ਉਹ ਐਕਸਪੋਜ਼ ਹੋ ਗਏ ਨਾ, ਤੇ ਹੁਣ ਫਿਰ ਇਹ ਹੀ ਹੋ ਸਕਦਾ ਕਿ ਜਦੋਂ ਲੋਕੀ ਘਰੋਂ ਨਿਕਲ ਪੈਣਗੇ ਨਾ, ਉਹ ਨੁਕਸਾਨ ਕਰਨਗੇ, ਵਾਧੇ ਘਾਟੇ ਕਰਨਗੇ। ਇਹਨੂੰ ਇਨਕਲਾਬ ਆਉਂਦੇ ਨੇ। ਅਗਰ ਇਹ ਨਾ ਸਮਝਣਗੇ ਤੇ ਫਿਰ ਇਹ ਭੁਗਤਣਗੇ। ਤੇ ਬਿਹਤਰ ਇਹ ਹੈ ਕਿ ਇਹਨਾਂ ਨੂੰ ਚਾਹੀਦਾ ਹੈ ਕਿ ਇਹਨੂੰ ਇਲੈਕਸ਼ਨ ਕਰਾ ਦੇਣ, ਨਵੇਂ ਇਲੈਕਸ਼ਨ ਕਰਾ ਕੇ ਹਕੂਮਤ ਅੱਛੀ ਕੋਈ ਜਿਹੜੀ ਫਾਰਮ 'ਚ ਆਵੇਗੀ, ਫੁੱਲ ਹਕੂਮਤ ਹੋਏਗੀ। ਉਹ ਬਾਹਰ ਕਿਸੇ ਨਾਲ ਗੱਲ ਵੀ ਕਰ ਲੇਗੀ, ਕੋਈ ਪੈਸੇ ਵੀ ਇਹਨਾਂ ਨੂੰ ਮਿਲ ਜਾਣਗੇ, ਜੋ ਵੀ ਫੰਡ ਲੈਣੇ ਨੇ ਇਹਨਾਂ ਨੇ। ਉਸ ਤੋਂ ਇਲਾਵਾ ਕੁਝ ਹੋ ਸਕਦਾ, ਲੋਕਾਂ ਦੀ ਜ਼ਿੰਦਗੀ ਵੀ ਬਿਹਤਰ ਹੋ ਜਾਵੇ, ਐਸਾ ਸੋਚਿਆ ਜਾ ਸਕਦਾ। ਲੇਕਿਨ ਹੋਰ ਦੂਸਰਾ ਰਸਤਾ ਬਜ਼ਾਹਰ ਕੋਈ ਨਹੀਂ ਨਜ਼ਰ ਆ ਰਿਹਾ। ਤੇ ਇਮਰਾਨ ਖਾਨ ਦੀ ਅਗਰ ਤੁਸੀਂ ਗੱਲ ਕਰੋ, ਤੇ ਉਹ ਕੋਸ਼ਿਸ਼ ਕਰ ਰਿਹਾ ਕਿ ਕਿਸੇ ਤਰੀਕੇ ਨਾਲ ਕੋਈ ਐਸਾ ਕੰਮ ਨਾ ਹੋਵੇ ਜਿਹੜਾ ਚੱਲਦਾ ਵੀ ਮੈਂ ਇਹਨੂੰ ਹੀ ਚਲਾ ਲਵਾਂ, ਇਹਦੇ ਵਿੱਚ ਹੀ ਮੈਂ ਕੋਈ ਬਿਹਤਰੀ ਲੈ ਆਵਾਂ। ਲੇਕਿਨ ਮੈਨੂੰ ਜਿਹੜਾ ਨਜ਼ਰ ਆਉਂਦਾ ਨਾ, ਉਹ ਮੈਨੂੰ ਇੰਝ ਲੱਗਦਾ ਕਿ ਬਿਹਤਰੀ ਦੇ ਮੁਕਾਮਾਤ ਹੁਣ ਤਕਰੀਬਨ ਖਤਮ ਹੋ ਗਏ ਨੇ, ਕਿਉਂਕਿ ਸਾਨੂੰ ਕਿਸੇ ਦੁਸ਼ਮਣ ਦੀ ਹੁਣ ਜ਼ਰੂਰਤ ਨਹੀਂ ਰਹੀ। ਅਸੀਂ ਆਪਣੇ ਦੁਸ਼ਮਣ ਆਪ ਹੀ ਬਹੁਤ ਜ਼ਿਆਦਾ ਵਾ। ਅਸੀਂ ਹਰ ਚੀਜ਼ ਨੂੰ ਜਿਹੜਾ ਨਾ ਉਹ ਦਾਅ 'ਤੇ ਲਾ ਦਿੱਤਾ ਆਪਣੀ, ਠੀਕ ਹੈ। ਸਿਕਿਉਰਿਟੀ ਸਾਡੀ ਦਾਅ 'ਤੇ ਲੱਗ ਗਈ। ਉਸ ਤੋਂ ਬਾਅਦ ਸਾਡੇ ਲੋਕ ਜਿਹੜੇ ਨੇ ਉਹ ਵਿਚਾਰੇ ਭੁੱਖੇ ਮਰਨ ਲੱਗ ਪੈਣੇ, ਔਰ ਗੌਰਮੈਂਟ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਕਿ ਕਿੰਨੇ ਕੁ ਬਿੱਲ ਆ ਰਹੇ ਨੇ, ਲੋਕੀ ਨਹੀਂ ਦੇ ਸਕਦੇ। ਉਹ ਸਮਝਦੇ ਨੇ ਕਿ ਅਸੀਂ ਪਤਾ ਨਹੀਂ ਲੋਕੀ ਕਿੱਡੇ ਕੁ ਸੌਖੇ ਨੇ, ਅਮੀਰ ਨੇ। ਜੈਸੇ ਕਿ ਕਿਸੇ ਦੋਸਤ ਨੇ ਦੱਸਿਆ ਕਿ ਜੀ ਉਹ ਬੜਾ ਪੈਸਾ ਆਉਂਦਾ ਉਹਨਾਂ ਕੋਲ, ਉਹਨਾਂ ਕਹਾ ਜੀ ਆਵਾਮ को बहुत पैसा है, इनके ऊपर लगा दो टैक्स, जो मर्ज़ी कर दो। बात ये है, ਅਸਲ ਸਰ ਗੱਲ ਹੈ ਵੇ, ਠੀਕ ਹੈ ਤੁਸੀਂ ਟੈਕਸ ਲਾਓ ਜਿੰਨੇ ਮਰਜ਼ੀ ਲਾਓ, ਲੇਕਿਨ ਕਿ ਲੋਕਾਂ ਦੀ ਅਰਨਿੰਗ ਤੇ ਬਿਹਤਰ ਕਰੋ ਨਾ, ਉਹਦੇ ਤੇ ਟੈਕਸ ਲੈਣਾ ਜੇ ਨਾ, ਕਿ ਖਾਲੀ ਸਿਰਫ ਇਹ ਜਿਹੜੇ ਤੁਸੀਂ ਕਾਗਜ਼ ਦੇ ਨੋਟ ਬਣਾਏ ਨੇ ਜਿਹਦੀ ਵਰਥ ਕੋ ਨਹੀਂ, ਇਹਦੇ ਤੇ ਤੁਹਾਨੂੰ ਕੋਈ ਦੁਨੀਆ ਦਾ ਕੋਈ ਸ਼ੈ ਨਹੀਂ ਦੇਗਾ। ਤੁਹਾਨੂੰ ਟੈਕਨੋਲੋਜੀ ਦੀ ਜ਼ਰੂਰਤ ਹੈ, ਤੁਹਾਨੂੰ ਇਸ ਵਕਤ ਜ਼ਿਆਦਾ ਪ੍ਰੋਡਕਸ਼ਨ ਦੀ ਜ਼ਰੂਰਤ ਹੈ।
ਉਹ ਤੁਹਾਡੇ ਕੋਲ ਨਾ ਪ੍ਰੋਡਕਸ਼ਨ ਨਾ ਕੋਈ ਹੋਰ ਚੀਜ਼, ਸਿਰਫ ਪਾਪੂਲੇਸ਼ਨ ਹੈ ਤੁਹਾਡੇ ਕੋਲ। ਔਰ ਪਾਪੂਲੇਸ਼ਨ ਜਿਹੜੀ ਉਹ ਖਾਂਦੀ ਹੈ, ਕੁਝ ਪ੍ਰੋਡਿਊਸ ਨਹੀਂ ਕਰਦੀ, ਤੇ ਉਹਨੂੰ ਖਾਣ ਨੂੰ ਦੇਣ ਵਾਸਤੇ ਵੀ ਤੁਹਾਡੇ ਕੋਲ ਹੁਣ ਕੁਝ ਨਹੀਂ ਰਿਹਾ। ਯਾਨੀ ਤੁਹਾਡੀ ਕ੍ਰੌਪਸ ਜਿਹੜੀ ਮੁਲਕੀ ਕ੍ਰੌਪਸ ਹਨ ਉਹ ਤਾਂ ਤਕਰੀਬਨ ਹੁਣ ਅੱਧੀਆਂ ਰਹਿ ਗਈਆਂ ਨੇ, ਠੀਕ ਹੈ। ਐਕਸਪੋਰਟ ਤੁਹਾਡੀ ਤਕਰੀਬਨ ਖਤਮ ਹੋ ਗਈ ਹੈ। ਬਾਹਰੋਂ ਜਿਹੜੇ ਰੈਮਿਟੈਂਸਿਸ ਆਉਂਦੇ ਸਨ ਉਹ ਤੁਹਾਡੇ ਘਟਦੇ ਜਾ ਰਹੇ ਨੇ, ਲੋਕੀ ਨਹੀਂ ਕਰ ਰਹੇ, ਕਿਉਂਕਿ ਤੁਸੀਂ ਉਹਨਾਂ ਨੂੰ ਵੋਟ ਦਾ ਵੀ ਹੱਕ ਨਹੀਂ ਦੇਣਾ ਚਾਹ ਰਹੇ। ਤੇ ਸਰ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਕੇ ਜ਼ਿੰਦਾ ਰਹਿਣਾ ਚਾਹੁੰਦੇ ਹੋ, ਤੇ ਫਿਰ ਉਹ ਜਿਹੜੀ ਅਲੀਟ ਕਲਾਸ ਉਹ ਜ਼ਿੰਦਾ ਰਹੇਗੀ। ਇਹ ਵੋਟਰ ਤੇ ਸਾਰੇ ਹੁਣ ਮਰਨ ਦੀ ਕਗਾਰ 'ਤੇ ਨੇ, ਜਾਂ ਇਹ ਲੜਨਗੇ ਤੁਹਾਡੇ ਨਾਲ ਤੇ ਜਾਂ ਮਰਨਗੇ। ਯਾਨੀ ਇਹਨਾਂ ਦੋਵਾਂ ਸੂਰਤਾਂ 'ਚ ਮਰਨਾ ਹੈ। ਤੇ ਜੇ ਇਹ ਲੜ ਕੇ ਮਰਨਗੇ ਤੇ ਹੋ ਸਕਦਾ ਇਹਨਾਂ 'ਚੋਂ ਕੋਈ ਅੱਧੇ ਕੋਈ ਬਚ ਜਾਣ, ਤੇ ਜੇ ਇਹ ਇੰਝ ਹੀ ਮਰਨਗੇ ਜਿਸ ਤਰ੍ਹਾਂ ਮਰਦੇ ਨੇ ਪਏ, ਤੇ ਫਿਰ ਇਹ ਸਾਰੇ ਹੀ ਮਰਨਗੇ, ਮੇਰੇ ਤੁਹਾਡੇ ਸਮੇਤ। ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਭੁੱਖਿਆਂ ਤੇ ਨਹੀਂ ਵੇਖ ਸਕਦੇ। ਇਸ ਵਾਸਤੇ ਹਕੂਮਤ ਨੂੰ ਚਾਹੀਦਾ ਹੈ ਸੀਰੀਅਸ ਐਕਟ ਕਰੇ। ਅਗਰ ਇਹ ਨਹੀਂ ਚਲਾ ਸਕਦੇ, ਇਹਨਾਂ ਨੇ ਪੈਸੇ ਬਥੇਰੇ ਬਣਾ ਲਏ ਨੇ, ਇਹਨਾਂ ਦੀਆਂ 7-8 ਨਸਲਾਂ ਵੀ ਖਾਣਗੀਆਂ ਵੀ ਵਿਹਲੇ ਬਹਿ ਕੇ, ਇਹਨਾਂ ਕੋਲ ਨਹੀਂ ਮੁੱਕਦੇ, ਤੇ ਛੱਡ ਦੇਣ, ਟੁੱਟ ਜਾਣ। ਕਿ ਕਿਆ ਕਬਰ ਦੀ ਮਿੱਟੀ ਨੇ ਹੀ ਇਹਨਾਂ ਦੇ ਮੂੰਹ ਨੂੰ ਸੈਟੀਸਫਾਈਡ ਕਰਨਾ? ਉਹ ਤਾਂ ਫਿਰ ਹੈ ਨਾ। ਇਸ ਵਾਸਤੇ ਇਹਨਾਂ ਨੂੰ ਚਾਹੀਦਾ ਕਿ ਕੁਛ ਹੋਸ਼ ਦੇ ਨਾਖੂਨ ਲੈਣ। ਇਹਨਾਂ ਦਾ ਜ਼ਮੀਨੀ ਕੋਈ ਹੁਣ ਲੋਕਾਂ ਦੇ ਨਾਲ ਤਲਕ ਨਹੀਂ ਰਿਹਾ। ਚੰਦ ਬੇਵਕੂਫ ਲੋਕ ਹੁੰਦੇ ਨੇ, ਉਹ ਹਰ ਜਗ੍ਹਾ ਹੁੰਦੇ ਨੇ, ਜਿਹੜੇ ਸਪੋਰਟਰ ਐਵੇਂ ਫਜ਼ੂਲ ਨਾਰੇ ਮਾਰੇ ਜਾਂਦੇ ਨੇ, ਉਹ ਹੁੰਦੇ ਨੇ ਹਰ ਜਗ੍ਹਾ 'ਤੇ। ਲੇਕਿਨ ਜਿਹੜੇ ਸੀਰੀਅਸ ਲੋਕ ਨੇ ਉਹ ਪਿੱਛੇ ਨਹੀਂ ਹੈਗੇ ਤੁਹਾਡੇ। ਤੁਸੀਂ ਖੁਦਾ ਵਾਸਤੇ ਇਹਨੂੰ ਛੱਡ ਦਿਓ, ਜਾਓ ਬਾਹਰ ਤੁਰ ਜਾਓ, ਜਾ ਕੇ ਮੌਜਾਂ ਕਰੋ, ਪਏ ਤੁਹਾਡੀ ਨਸਲਾਂ ਮੌਜਾਂ ਕਰਨਗੀਆਂ। ਇਹ ਜਿਹੜੇ ਵਿਚਾਰੇ ਲੋਕ ਇੱਥੇ ਰਹਿੰਦੇ ਨੇ, ਚਲੋ ਇਹਨਾਂ ਨੂੰ ਕੋਈ ਰੋਲ ਖੋਲ ਕੇ ਜ਼ਿੰਦਾ ਤੇ ਰਹਿਣ ਦਿਓ ਨਾ। ਕੱਲ੍ਹ ਨੂੰ ਹੋ ਸਕਦਾ ਤੁਹਾਡੀਆਂ ਹੀ ਨਸਲਾਂ ਆ ਕੇ ਫੇਰ ਪਈਆਂ, ਕਿਉਂਕਿ ਹੈ ਤੇ ਬੇਵਕੂਫ ਨੇ, ਇਹਨਾਂ ਫਿਰ ਤੁਹਾਨੂੰ ਵੀ ਵੋਟ ਪਾਣੇ ਨੇ। ਤੇ ਲਿਹਾਜ਼ਾ ਬਿਹਤਰ ਇਹ ਵੇ ਕਿ ਇਹਨਾਂ ਨੂੰ ਹਈਆ ਫਿਲਹਾਲ ਜ਼ਿੰਦਾ ਰਹਿਣ ਦਿਓ। ਆਪਣਾ ਜੋ ਕੁਛ ਹੈ ਤੁਸੀਂ ਖਤਮ ਕਰ ਲਿਆ, ਜਿਹੜੇ ਤੁਸੀਂ 2 ਨੰਬਰ ਕਵਾਨੀਨ ਬਣਾਉਣੇ ਸਨ ਉਹ ਤੁਸੀਂ ਬਣਾ ਲਏ ਨੇ, ਉਹਦੇ 'ਚ ਤੁਸੀਂ ਕਾਮਯਾਬ ਹੋ। ਲਿਹਾਜ਼ਾ ਤੁਸੀਂ ਹੁਣ ਸਾਰਾ ਕੁਝ ਛੱਡੋ, ਇਹ ਮਸ਼ਵਰਾ ਤੁਹਾਨੂੰ, ਤੇ ਇਸ ਮੁਲਕ ਨੂੰ ਆਜ਼ਾਦ ਕਰ ਦਿਓ ਆਪਣੇ ਵਜੂਦ ਤੋਂ। ਤੇ ਜੇ ਬੇਸ਼ੱਕ ਇਹਨੂੰ ਇਹ ਐਸਾ ਸਮਝ ਲਵੋ ਕਿ ਇੱਕ ਐਸਾ ਏਅਰਪਲੇਨ ਹੈ ਕਿ ਜਿੱਧਰ ਨੂੰ ਜਾਂਦਾ ਇਹਨੂੰ ਜਾਣ ਦਿਓ। ਚਲੋ ਜੇ ਕੋਈ ਪਿੱਛੇ ਕੋਈ ਹੈਂਡਲ ਕਰਨ ਵਾਲਾ ਹੋਏਗਾ ਤਾਂ ਉਹਨੂੰ ਸੰਭਾਲ ਲਏਗਾ, ਤੁਸੀਂ ਵਿੱਚੋਂ ਛਾਲਾਂ ਮਾਰੋ ਤੇ ਜਾਓ, ਤੇ ਹੋ ਸਕਦਾ ਹੈ ਕੱਲ੍ਹ ਨੂੰ ਫਿਰ ਤੁਸੀਂ ਇਹਦੀ ਸਵਾਰੀ ਬਣ ਜਾਓ। ਲੇਕਿਨ ਇਹਨੂੰ ਕੁਛ ਚੱਲਣ ਦਿਓ ਖੁਦਾ ਵਾਸਤੇ, ਇਹਨੂੰ ਸਾਨੂੰ ਮਾਫੀ ਦੇ ਦਿਓ। ਅਸੀਂ ਲੋਕ ਬਹੁਤ ਥੱਕ ਗਏ ਹਾਂ। ਉਹ ਸਾਡੇ ਕੋਲ ਕੁਛ ਵੀ ਤਜਜ਼ੀਆ ਕਰਨ ਵਾਸਤੇ ਨਹੀਂ ਹੈਗਾ, ਕਿਉਂਕਿ ਹਰ ਰੋਜ਼ ਨਵੀਂ ਟੇਪ, ਨਵੀਆਂ ਗੱਲਾਂ, ਨਵੀਂ ਫਜ਼ੂਲ ਯਾਦ ਸਾਹਮਣੇ ਆ ਰਹੀ ਹੈ, ਉਹ ਜਿਹੜੀ ਕਿ ਨਾਕਾਬਲੇ ਬਰਦਾਸ਼ਤ ਹੈ। ਔਰ ਕੌਮਾਂ ਨੂੰ ਜ਼ਿੰਦਾ ਰਹਿਣ ਵਾਸਤੇ ਇਹਨਾਂ ਫਜ਼ੂਲੀਆਤ ਦੀ ਜ਼ਰੂਰਤ ਨਹੀਂ ਹੁੰਦੀ, ਬਲਕਿ ਕੌਮਾਂ ਨੂੰ ਜ਼ਿੰਦਾ ਰਹਿਣ ਵਾਸਤੇ ਤਾਲੀਮ ਦੀ ਜ਼ਰੂਰਤ ਹੁੰਦੀ ਹੈ, ਸਿੰਸੀਅਰਿਟੀ ਦੀ ਜ਼ਰੂਰਤ ਹੁੰਦੀ ਹੈ। ਉਹ ਤੁਹਾਡੇ ਕੋਲ ਦੋਵੇਂ ਚੀਜ਼ਾਂ ਕੋਈ ਨਹੀਂ ਹੈਗੀਆਂ। ਨਾ ਤੁਸੀਂ ਤਾਲੀਮ ਯਾਫਤਾ ਹੋ, ਨਾ ਤੁਸੀਂ ਕਿਸੇ ਅਗਲੇ ਨੂੰ ਤਾਲੀਮ ਯਾਫਤਾ ਵੇਖਣਾ ਚਾਹੁੰਦੇ ਹੋ, ਕਿਉਂਕਿ ਤੁਹਾਡੀਆਂ ਆਪਣੀਆਂ ਨਸਲਾਂ ਜਿਹੜੀਆਂ ਨੇ ਉਹ ਬੜੀਆਂ ਸੈਟਿਸਫਾਈਡ ਨੇ, ਉਹਨਾਂ ਕੋਲ ਪੈਸੇ ਬੇਤਹਾਸ਼ਾ ਨੇ, ਔਰ ਉਹ ਮੌਜ ਕਰਦੇ ਨੇ, ਬਾਹਰ ਇੰਜੋਏ ਕਰਦੇ ਨੇ ਆਪਣੀ ਜ਼ਿੰਦਗੀ ਨੂੰ। ਤੇ ਇਹਨਾਂ ਲੋਕਾਂ ਨੂੰ ਸਿਰਫ ਜ਼ਿੰਦਾ ਰਹਿਣ ਦਿਓ ਖੁਦਾ ਵਾਸਤੇ। ਔਰ ਇਹ ਹੀ ਮੈਂ ਪੈਗਾਮ ਜਿਹੜਾ ਆਪਣੇ ਇਹਨਾਂ ਅਫਸਰਾਂ ਨੂੰ ਵੀ ਦਿੰਦਾ, ਜਿਹੜੇ ਫੌਜ ਦੇ, ਯਾਨੀ ਸਾਡਾ ਜਿਹੜਾ ਇੱਕ ਬੱਚਾ ਸੀ ਉਹ ਤੁਹਾਡੇ ਵਾਸਤੇ ਮਰਨ ਨੂੰ ਤਿਆਰ ਸੀ, ਔਰ ਲੋਕੀ ਤੁਹਾਡੇ ਖਿਲਾਫ ਨਫ਼ਰਤ ਮੇਜ਼ ਅਲਫਾਜ਼ ਬੋਲਣ ਲੱਗ ਪਏ। ਮੈਂ ਖੁਦ ਸੁਣਨਾ, ਮਤਲਬ ਅਫਸੋਸ ਵੀ ਹੁੰਦਾ ਕਿ ਮੈਂ ਖੁਦ ਨਾਰੇ ਮਾਰਨਾ ਫੌਜ ਦੇ, ਲੇਕਿਨ ਜਦੋਂ ਲੋਕੀ ਉਹਦੇ 'ਤੇ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਜਿਹੜੀ ਨਾਕਾਬਲੇ ਬਰਦਾਸ਼ਤ ਹੈ। ਕਿਉਂ ਐਸਾ ਹੋਇਆ? ਕਿਆ ਤੁਸੀਂ ਇੰਨੇ ਹੀ ਡਿੱਗ ਪਏ ਹੋ? ਕਿਆ ਤੁਸੀਂ ਏਡੇ ਹੀ ਕਮਜ਼ੋਰ ਹੋ? ਮਰਨਾ ਤਾਂ ਤੁਸੀਂ ਉੱਥੇ ਵੀ ਇੱਥੇ ਵੀ ਮਰਨਾ ਹੀ ਹੈ ਅਲਟੀਮੇਟਲੀ। ਤੇ ਫਿਰ ਕਿਉਂ ਨਾ ਮਰਦ ਬਣ ਕੇ ਮਰ ਜਾਓ, ਆਪਣੀ ਕੌਮ ਵਾਸਤੇ ਮਰ ਜਾਓ, ਤਾਂ ਕਿ ਤੁਸੀਂ ਹਮੇਸ਼ਾ ਤਾਰੀਖ 'ਚ ਤਾਂ ਜ਼ਿੰਦਾ ਰਹੋ। ਮਰਨਾ ਤੁਸੀਂ ਹੈ ਵੇ, ਅਸਾਂ ਵੀ ਮਰ ਜਾਣਾ, ਲੇਕਿਨ ਹੱਕ ਸੱਚ ਕਹਿ ਕੇ ਅਗਰ ਮਰ ਜਾਵਾਂਗੇ ਤਾਂ ਹੋ ਸਕਦਾ ਹੈ ਕਿ ਸਾਡਾ ਕੋਈ ਨਾਂ ਲਵੇ, ਸਾਡੇ ਤੋਂ ਅੱਲਾ ਹੀ ਖੁਸ਼ ਹੋ ਜਾਵੇ। ਤੇ ਜੇ ਅਸੀਂ ਹੱਕ ਸੱਚ ਤੇ ਨਹੀਂ ਮਰਨਾ, ਤੇ ਯਾਦ ਰੱਖੋ ਫਿਰ ਵੀ ਤੁਸੀਂ ਮਰਨਾ ਹੈ। ਤੇ ਇਸ ਵਾਸਤੇ ਬਿਹਤਰ ਇਹ ਹੈ ਕਿ ਇਹਦਾ ਤਜਜ਼ੀਆ ਤਾਂ ਮੈਂ ਕੀ ਕਹਾਂ, ਮੇਰੀ ਇੱਕ ਰਾਏ ਹੀ ਹੈ ਕਿ ਇਸ ਮੁਲਕ ਨੂੰ ਛੱਡ ਦਿਓ, ਇਹਦੇ 'ਤੇ ਇਲੈਕਸ਼ਨ ਕਰਾਓ। ਜਿਹੜਾ ਬੰਦਾ ਜਿੱਤਦਾ, ਜਿਹੜਾ ਵੀ ਜਿੱਤਦਾ ਇਮਾਨਦਾਰੀ ਦੇ ਨਾਲ, ਉਹਨੂੰ ਕਹੋ ਤੂੰ ਹਕੂਮਤ ਬਣਾ ਲਾ, ਤੁਸੀਂ ਉਹਦੀ ਸਪੋਰਟ ਕਰੋ, ਔਰ ਮੁਲਕ ਅਗਲਿਆਂ 2-4-5 ਸਾਲਾਂ 'ਚ ਖਲੋ ਜਾਏਗਾ। ਐਡੀ ਗੱਲ ਕੋਈ ਨਹੀਂ, ਅਸੀਂ ਏਡੇ ਬਾਂਝ ਨਹੀਂ ਹੈਗੇ ਕਿ ਸਾਡੇ ਕੋਲ ਕੁਛ ਨਾ ਹੋਵੇ। ਸਾਡੇ ਕੋਲ ਬਹੁਤ ਅੱਛੇ ਲੋਕ ਨੇ, ਦਿਮਾਗ ਨੇ, ਸਾਨੂੰ ਅੱਲਾਹ ਤਾਲਾ ਨੇ ਦੁਨੀਆ ਦੀ ਹਰ ਚੀਜ਼ ਇਸ ਮੁਲਕ ਦੇ ਵਿੱਚ ਮੁਹੱਈਆ ਕੀਤੀ ਹੈ। ਸਿਰਫ ਫ਼ਰਕ ਸਾਡੀ ਨੀਅਤ ਦਾ। ਆਪਣੀ ਨੀਅਤ ਨੂੰ ਬਦਲੋ, ਇਸ ਮੁਲਕ ਨੂੰ ਚੱਲਣ ਦਿਓ। ਇਸ ਮੁਲਕ ਵਾਸਤੇ ਚਲੋ ਤੁਸੀਂ ਜ਼ਿਆਦਾ ਨਹੀਂ ਕਰ ਸਕਦੇ ਤੇ ਇਹਨਾਂ ਦੇ ਕਰ ਸਕਦੇ ਹੋ ਨਾ, ਕਿ ਇਹਨੂੰ ਛੱਡ ਦਿਓ, ਤੇ ਔਰ ਤੁਹਾਨੂੰ ਇਹਦੇ 'ਚ ਕੋਈ ਨੁਕਸਾਨ ਨਹੀਂ ਹੋਏਗਾ। ਮੈਂ ਗਰੰਟੀ ਦਿੰਦਾ ਤੁਹਾਨੂੰ ਇਸ ਗੱਲ ਦੀ, ਔਰ ਤੁਹਾਨੂੰ ਵੀ ਪਤਾ ਇਸ ਗੱਲ ਦਾ। ਅੱਛਾ, ਉਹ ਮੈਂ ਨਾ ਪੰਜਾਬੀ ਜੇ ਅਸੀਂ ਗੱਲ ਵੀ ਕਰ ਰਹੇ ਹਾਂ, ਤੇ ਪੰਜਾਬੀ ਤੋਂ ਆਉਂਦੇ ਨਾ ਯਾਰ ਚੁੰਡੀ ਉੱਥੇ ਵੱਢੀ ਜਾਂਦੀ ਜਿੱਥੇ ਮਾਸ ਹੋਵੇ। ਤੇ ਹੁਣ ਉਹ ਜਿਹੜੀ ਪੋਜੀਸ਼ਨ ਆ ਗਈ ਕਿ ਹੁਣ ਸਾਡੇ ਤੇ ਜਿਸਮ ਤੇ ਮਾਸ ਨਹੀਂ ਰਿਹਾ, ਤੇ ਜਿੱਥੇ ਚੁੰਡੀ ਵੱਢਣ ਤੇ ਤਕਲੀਫ ਵੀ ਕੋਈ ਨਹੀਂ ਹੁੰਦੀ। ਤਕਲੀਫ। ਤੇ ਇਹਨਾਂ ਨੂੰ ਕੋਈ ਜ਼ਰਾ ਵੀ ਨਹੀਂ, ਕੋਈ ਜਿਹੜਾ ਨਾ ਕੋਈ ਥੋੜ੍ਹੀ ਅਕਲ ਸ਼ੌਰ ਹੁੰਦਾ ਕਿ ਯਾਰ ਇਹ ਲੋਕ ਹੁਣ ਸਾਰਾ ਕੁਛ ਇਹਨਾਂ ਨੂੰ ਪਤਾ ਲੱਗ ਗਿਆ ਹੈ, ਕੋਈ ਹੁਣ ਪਰਦੇ ਤੇ ਰਹੇ ਨਹੀਂ ਹੈ। ਇਹ ਉਹ ਦੌਰ ਤੇ ਨਹੀਂ PTV ਨਿਊਜ਼ ਵਾਲਾ, ਔਰ ਜਿਹੜਾ ਨਾ ਕਿ ਕੀ ਚੈਨਲ ਹੋਣਾ, ਤੇ ਜੋ ਉਹਨੇ ਕਹਿਣਾ ਉਹ ਉਹਨਾਂ ਸੁਣ ਕੇ ਤੇ ਸਵੇਰੇ ਰਾਤੀ ਸੁਣਨਾ ਤੇ ਸਵੇਰੇ ਸੌਂ ਜਾਣਾ, ਤੇ ਉਹੀ ਮੰਨ ਕੇ। ਤੇ ਇਹਨਾਂ ਦੀ ਕਿਉਂ ਇਹ ਕੁ ਸੁੰਮਮ ਬੁਕਮਨ ਯੂਨੀਫਾਰਮ ਲਾ ਯਾਰ, ਜੇ ਹੁਣ ਇਹ ਉਹ ਤੇ ਨਹੀਂ ਕੰਮ ਕਿਧਰੇ ਹੋ ਗਿਆ ਰਾਣਾ ਸਾਹਿਬ? ਬਿਲਕੁਲ ਠੀਕ ਹੈ ਸਰ, ਇਹ ਤੁਹਾਡੀ ਗੱਲ। PTV ਦਾ ਦੌਰ ਸੀ, ਮੈਜਿਕ ਬਿਲਟ ਥੀਰੀ,
ਕਿ ਲਓ ਜੀ ਜੋਤ ਕਹਿ ਦਿੱਤਾ ਮੰਨ ਲਿਆ ਗਿਆ। ਲੇਕਿਨ ਹਾਂ ਹੁਣ ਇੰਜ ਨਹੀਂ, ਤੁਸੀਂ ਬੇਸ਼ੱਕ ਮੀਡੀਆ ਤੇ ਜਿੰਨੀ ਮਰਜ਼ੀ ਪਾਬੰਦੀ ਲਾ ਲਓ, ਮੇਨ ਸਟ੍ਰੀਮ ਮੀਡੀਆ ਨੂੰ ਤੁਸੀਂ ਬੰਦ ਕਰ ਦਿਓ ਬੇਸ਼ੱਕ, ਨੋ ਪ੍ਰੋਬਲਮ। ਹੁਣ ਲੋਕਾਂ ਕੋਲ ਐਸੇ ਗੈਜਟ ਐਸੀ ਡਿਵਾਈਸਿਸ ਨੇ, ਔਰ ਇਸ ਤਰ੍ਹਾਂ ਦਾ ਸੈਟਲਾਈਟ ਦਾ ਸਿਸਟਮ ਹੈ ਕਿ ਦੁਨੀਆ ਪਹਿਲਾਂ ਸਿਰਫ ਗਲੋਬਲ ਵਿਲੇਜ ਦਾ ਇੱਕ ਕਨਸੈਪਟ ਸੀ ਨਾ, ਉਹ ਕਨਸੈਪਟ ਨਹੀਂ ਰਿਹਾ ਹੁਣ, ਉਹ ਹੁਣ ਕੰਕਰੀਟ ਫਾਰਮ 'ਚ ਆ ਚੁੱਕਿਆ। ਕਿਉਂਕਿ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਵੀ ਹਾਂ ਯੂਨੀਵਰਸਿਟੀਆਂ 'ਚ ਗਲੋਬਲ ਵਿਲੇਜ ਕੀ ਹੈ। ਹੁਣ ਇਨਸਾਨ ਜਿਹੜਾ ਹੈ, ਅੱਜ ਦਾ ਜਿਹੜਾ ਇਨਸਾਨ ਹੈ, ਉਹ ਕੋਈ ਸ਼ਹਿਰੀ ਇੱਕ ਮੁਲਕ ਦਾ ਨਹੀਂ ਰਹਿ ਗਿਆ, ਬਲਕਿ ਉਹ ਕਾਸਮੋਪੋਲੀਟਨ ਸਿਟੀਜ਼ਨ ਹੈ, ਯਾਨੀ ਪੂਰੀ ਦੁਨੀਆ ਦਾ ਸ਼ਹਿਰੀ ਹੈ। ਔਰ ਤੁਸੀਂ ਇਸ ਗੱਲ ਦਾ ਤਜਜ਼ੀਆ ਕਰ ਸਕਦੇ ਹੋ ਖੁਦ ਵੀ, ਉਹ ਤੁਹਾਨੂੰ ਸਾਹਮਣੇ ਨਜ਼ਰ ਵੀ ਆ ਰਿਹਾ। ਲੇਕਿਨ ਫਿਰ ਵੀ ਅਗਰ ਤੁਸੀਂ ਅੱਖਾਂ ਮੀਟਣੀਆਂ ਚਾਹੁੰਦੇ ਹੋ ਤਾਂ ਮੀਟੀ ਰੱਖੋ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਤੁਹਾਡੀ ਜਿਹੜੀ ਨਾ ਪਾਪੂਲੈਰਿਟੀ ਜਾਂ ਜੋ ਵੀ ਤੁਸੀਂ ਚਾਹੁੰਦੇ ਹੋ, ਜਾਂ ਤੁਸੀਂ ਹੋਰ ਇੱਕ ਪਤਾ ਨਹੀਂ ਕੀ ਚਾਹੁੰਦੇ ਹੋ, ਤੁਹਾਡੇ ਦਿਮਾਗ 'ਚ ਕੀ ਹੈ, ਜਾਂ ਤੁਸੀਂ ਇਕਤਦਾਰ ਹੀ ਚਾਹੁੰਦੇ ਹੋ, ਤੇ ਇਕਤਦਾਰ ਹਮੇਸ਼ਾ ਅੱਲਾ ਦਾ ਰਿਹਾ। ਉਹਨੇ ਇਹਦੇ ਤੇ ਬੜਾ ਫਖਰ, ਯਾਨੀ ਬੜੀ ਵੱਡੀ ਗੱਲ ਅੱਲਾ ਕਹਿੰਦਾ ਕਿ ਇਹ ਜ਼ਮੀਨ ਮੇਰੀ ਹੈ। ਤੇ ਜਦੋਂ ਇਹ ਹੈ ਹੀ ਉਹਦੀ ਹੈ, ਇਕਤਦਾਰ ਅੱਲਾ ਹੀ ਉਹਦੇ ਕੋਲ, ਤੁਹਾਡੇ ਕਾਨੂੰਨ 'ਚ ਵੀ ਲਿਖਿਆ, ਪ੍ਰੈਂਬਲ ਪੜ੍ਹ ਲਓ, ਪਹਿਲਾ ਕਾਨੂੰਨ ਦੇ ਵਿੱਚ ਸਭ ਤੋਂ ਪਹਿਲਾਂ ਲਿਖਿਆ ਇਹ ਵੇ ਕਿ ਕਾਨੂੰਨ ਦੀ ਪ੍ਰੈਂਬਲ 'ਚ ਕਿ ਇਕਤਦਾਰ ਅੱਲਾ ਜਿਹੜਾ ਉਹ ਖੁਦਾ ਕੋਲ ਹੈ, ਅੱਲਾ ਨੂੰ ਹਾਸਲ ਹੈ। ਤੇ ਫਿਰ ਤੁਸੀਂ ਇਹਨੂੰ ਦਿਲੋਂ ਮੰਨ ਲਵੋ। ਅਗਰ ਤੁਸੀਂ ਇਹਨੂੰ ਦਿਲੋਂ ਮੰਨ ਲਵੋਗੇ ਤੇ ਯਕੀਨਨ ਤੁਸੀਂ ਦੁਨੀਆ ਤੇ ਵੀ ਫਲਾਹ ਪਾ ਜਾਓਗੇ ਤੇ ਆਖਰਤ ਤੇ ਵੀ ਫਲਾਹ ਪਾ ਜਾਓਗੇ। ਅੱਛਾ, ਮਕਸਦ ਯਾਰ ਰਾਣਾ ਸਾਹਿਬ ਵੇਖੋ, ਸਾਨੂੰ ਅਸੀਂ ਮਸਲਨ ਇੱਕ ਲੇ ਪਰਸਨ ਜੇ ਆ ਜਾਣੀ ਨਾ ਮਾੜੇ ਜਿਹੇ ਬੰਦੇ ਆ, ਸਾਨੂੰ ਇਹਨਾਂ ਵੇਖੋ ਇੱਕ ਵਜ਼ੀਰ ਆਜ਼ਮ ਹੈ, ਤੇ ਵਜ਼ੀਰ ਆਜ਼ਮ ਮੁਲਕ ਦਾ ਨਾ, ਤੇ ਜੇ ਮੁਲਕ ਹੀ ਨਾ ਰਿਹਾ ਤੇ ਵਜ਼ੀਰ ਆਜ਼ਮ ਕਿੱਦਾਂ ਹੋਏਗਾ? ਕਿਆ ਇਹਨਾਂ ਨੂੰ ਇਹ ਵੀ ਨਹੀਂ ਸਮਝ ਆ ਰਹੀ ਕਿ ਜੇ ਇਹ ਜਿਵੇਂ ਇਹ ਟੁਰੇ ਨੇ, ਇਹ ਤੇ ਲੱਗਦਾ ਕਿ ਇਹਨਾਂ ਨੇ ਜਿਹੜਾ ਨਾ ਆਪਣੀਆਂ ਕਿਸ਼ਤੀਆਂ ਤੇ ਜਲਾਈਆਂ ਨੇ, ਆਪਣੀਆਂ ਇਹਨਾਂ ਸੈਂਸ ਇਹ ਜਲਾਈਆਂ ਨੇ ਕਿ ਸਾਰਾ ਕੁਝ ਉਹਨਾਂ ਦਾ ਸਿਕਿਉਰ ਹੈ। ਤੇ ਇਹ ਕਿਉਂ ਨਹੀਂ ਪਏ ਇਹਨੂੰ ਸਮਝਦੇ ਕਿ ਮੁਲਕ ਨਾ ਰਿਹਾ ਤੇ ਇਹ ਕਾਹਦੇ ਵਜ਼ੀਰ ਆਜ਼ਮ ਹੋਣਗੇ, ਕਿਹਦੇ ਤੇ ਸਿਆਸਤ ਕਰਨਗੇ? ਅਸੀਂ ਸਰ ਇਸ ਖਿੱਤੇ ਦੀ ਨਾ ਸ਼ੁਰੂ ਤੋਂ ਇੱਕ ਰਵਾਇਤ ਰਹੀ, ਸ਼ਾਇਦ ਤੁਸੀਂ ਵੇਖਿਆ ਵੀ ਹੋਵੇਗਾ ਕਿ ਇੱਥੇ ਬਹੁਤ ਜ਼ਿਆਦਾ ਲੋਕ ਜਿਹੜੇ ਸਨ ਨਾ, ਸ਼ਾਇਦ ਕਦੀ ਫਤਹ ਵੀ ਨਾ ਹੁੰਦਾ, ਲੇਕਿਨ ਇਹਦੇ ਫਤਹ ਹੋਣ ਦੀ ਵਜ੍ਹਾ ਜਿਹੜੀ ਨਾ ਉਹ ਇਹ ਵੇ ਕਿ ਇਹਦੇ ਪਿੱਛੇ ਬਹੁਤ ਸਾਰੇ ਐਸੇ ਮਤਲਬ ਗੱਦਾਰ ਕਹਿ ਲਓ, ਯਾਨੀ ਉਹਨਾਂ ਦੀ ਹਿਸਟਰੀ ਹੈ ਉਹ। ਤੇ ਉਹ ਇਹ ਸਮਝਦੇ ਨੇ ਕਿ ਇਹ ਅੱਲਾ ਦੇ ਉਹਨਾਂ ਦਾ ਈਮਾਨ ਇਸ ਤਰ੍ਹਾਂ ਨਹੀਂ ਹੈਗਾ ਜਿਸ ਤਰ੍ਹਾਂ ਅਸੀਂ ਮਤਲਬ ਸਮਝਦੇ ਹੋਣਾ ਚਾਹੀਦਾ। ਇਕਤਦਾਰ ਅੱਲਾ, ਉਹਨਾਂ ਦਾ ਈਮਾਨ ਇਸ ਗੱਲ 'ਤੇ ਵੇ ਕਿ ਅਸੀਂ ਆ ਗਏ ਹਾਂ ਤੇ ਅਸੀਂ ਰਹਿਣਾ, ਜਦਕਿ ਇੱਥੇ ਕਿਸੇ ਨੇ ਨਹੀਂ ਰਹਿਣਾ। ਤੇ ਇਹ ਉਹ ਰੀਜ਼ਨ ਹੈ ਜਿਹਦੀ ਵਜ੍ਹਾ ਤੋਂ ਇਹ ਉਹ ਬੁੱਤ ਜ਼ੇਨ 'ਚ ਪਾਲ ਕੇ ਬੈਠੇ ਨੇ। ਅੱਲਾਹ ਤਾਲਾ ਨੇ ਖਾਲੀ ਸਿਰਫ ਬੁੱਤਾਂ ਨੂੰ ਤੋੜਨ ਦਾ ਹੁਕਮ ਨਹੀਂ ਦਿੱਤਾ, ਉਹ ਜਿਹੜੇ ਤੁਹਾਡੇ ਤਸੱਵਰ 'ਚ ਬੁੱਤ ਹੁੰਦੇ ਨਾ, ਅਸਲ 'ਚ ਉਹਨਾਂ ਨੂੰ ਤੋੜਨ ਦਾ ਕਨਸੈਪਟ ਸੀ। ਕੁਰਾਨ ਇਹ ਗੱਲ ਕਰਦਾ, ਕਿਉਂਕਿ ਮੈਂ ਕੁਰਾਨ ਦਾ ਤਾਲਬ ਹੀ ਲਵਾਂ, ਇਸ ਵਾਸਤੇ ਮੈਂ ਤਾਂ ਕੁਰਾਨ ਨਾਲ ਇਹਨੂੰ ਵੇਖਣਾ ਵਾ। ਦੁਨੀਆ ਦੇ ਕੋਈ ਮੁਲਕ ਵੀ ਕਦੀ ਵੀ ਕਾਇਮ ਨਹੀਂ ਰਿਹਾ ਹੈਗਾ, ਇਹ ਜ਼ਮੀਨ ਸਾਰੀ ਕੋਈ ਇੱਕ ਮੁਲਕ ਨਹੀਂ, ਇੱਕ ਹੀ ਮੁਲਕ ਸੀ। ਬਾਅਦ 'ਚ ਜੇ ਲੀਕਾਂ ਮਾਰ ਕੇ ਅਕਵਾਮ ਮੁਤੱਹਿਦਾ ਬਣਾ ਕੇ ਅਸੀਂ ਆਪਣੀਆਂ ਟੈਰੀਟਰੀਜ਼ ਬਣ, ਲੇਕਿਨ ਅੱਜ ਵੀ ਇਹਦੇ ਅੰਦਰ ਤੋੜ ਫੋੜ ਜਾਰੀ ਹੈ। ਇਹ ਤਾਰੀਖ ਹੈ। ਅਗਰ ਇਹ ਮੁਲਕ ਨਹੀਂ ਵੀ ਰਹਿੰਦਾ ਤਾਂ ਕੋਈ ਏਡੀ ਵੱਡੀ ਗੱਲ ਨਹੀਂ, ਫਿਰ ਵੀ ਇਹਨੇ ਜ਼ਮੀਨ ਨੇ ਇੱਥੇ ਰਹਿਣਾ। ਅਸੀਂ ਕਿਤੇ ਹੋਰ ਸ਼ਿਫਟ ਹੋ ਜਾਵਾਂਗੇ ਜਾਂ ਮਤਲਬ ਕਿਸੇ ਹੋਰ ਨਾਂ ਤੋਂ ਪੁਕਾਰੇ ਜਾਵਾਂਗੇ, ਪੰਜਾਬਿਸਤਾਨ ਹੋ ਜਾਏਗਾ, ਕੁਛ ਐ ਨਹੀਂ, ਤੁਸੀਂ ਇਹਦਾ ਨਾਂ ਤੁਸੀਂ ਕੋਈ ਵੀ ਰੱਖ ਲਓ। ਲੇਕਿਨ ਇਨਸਾਨ ਜਿਹੜਾ ਨਾ ਉਹ ਇੱਕ ਕਾਸਮੋਪੋਲੀਟਨ ਸਿਟੀਜ਼ਨ ਹੈ। ਜਿਸ ਕੁਰਾਨ ਨੇ ਕਿਹਾ ਨਾ ਕਿ ਕੁਰਾਨ ਨੇ ਕਿਹਾ ਕਿ ਕਾਨਨ ਨਾਸ ਉਮਤਨ ਵਾਹਦਤਨ, ਤਮਾਮ ਇਨਸਾਨ ਇੱਕ ਬਰਾਦਰੀ ਦੇ ਫਰਦ ਨੇ, ਇਹਦੇ ਨਾਲ ਫਰਕ ਨਹੀਂ ਪੈਂਦਾ। ਹਾਂ, ਲੇਕਿਨ ਇਸ ਗੱਲ ਨਾਲ ਫਰਕ ਪੈਂਦਾ ਹੈ ਕਿ ਕੁਝ ਕੌਮਾਂ ਨੇ ਆਪਣੇ ਆਪ ਨੂੰ ਕੌਮੀ ਤੌਰ 'ਤੇ ਅਲੱਗਾ ਸ਼ਨਾਖਤ ਰੱਖ ਲਈ, ਉਹ ਸਾਨੂੰ ਸਪਰੈਸ ਕਰਨਗੇ। ਲੇਕਿਨ ਅਗਰ ਤੇ ਉਹ ਕਾਸਮੋਪੋਲੀਟਨਿਜ਼ਮ 'ਤੇ ਬਿਲੀਵ ਕਰਦੇ ਨੇ, ਫਿਰ ਹੋ ਸਕਦਾ ਸਾਨੂੰ ਕੁਝ ਰਾਈਟਸ ਦੇ ਦੇਣ। ਲੇਕਿਨ ਇਹ ਜਿਹੜੇ ਬੈਠੇ ਨੇ ਸਾਨੂੰ, ਇਹ ਤਾਂ ਸਾਨੂੰ ਉਹ ਵੀ ਰਾਈਟਸ ਨਹੀਂ ਦੇ ਰਹੇ। ਇਸ ਵਾਸਤੇ ਮੈਂ ਇਸ ਗੱਲ 'ਤੇ ਬਿਲੀਵ ਨਹੀਂ ਕਰਦਾ ਕਿ ਮੁਲਕ ਟੁੱਟ ਜਾਂਦੇ ਨੇ ਜਾਂ ਟੁੱਟ ਜਾਂਦਾ ਹੈ। ਇਹ ਜਿਹੜੀ ਫੌਜ ਅਸਾਂ ਰੱਖੀ ਸੀ ਇਸ ਵਾਸਤੇ ਰੱਖੀ ਸੀ ਨਾ ਕਿ ਮੁਲਕ ਬਚਿਆ ਰਹੇ, ਤੇ ਮੁਲਕ ਨਹੀਂ ਸੀ ਬਚਿਆ, ਠੀਕ ਹੈ। ਤੇ ਇਸ ਵਾਸਤੇ ਕੁਝ ਚੀਜ਼ਾਂ ਮੈਂ ਸਮਝਦਾ ਇਸ ਮਾਮਲੇ 'ਚ ਅੱਲਾ 'ਤੇ ਵੀ ਛੱਡ ਦੇਣੀਆਂ ਚਾਹੀਦੀਆਂ ਨੇ ਕਿ ਅਗਰ ਮੁਲਕ ਰਹਿੰਦਾ ਤਾਂ ਠੀਕ ਹੈ, ਅਗਰ ਇਹ ਤੋੜਨਾ ਚਾਹੁੰਦੇ ਨੇ ਤਾਂ ਤੋੜ ਲੈਣ, ਲੇਕਿਨ ਇਹ ਕਦੀ ਹਮੇ ਜ਼ਿੰਦਾ ਨਹੀਂ ਰਹਿਣਗੇ। ਤਾਰੀਖ ਵਿੱਚ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਮੀਰ ਜਾਫਰ ਸਾਦਕ ਗੱਦਾਰ ਕੇ ਵਾਰਸਾਨ ਹਾਜ਼ਰ ਹੋਂ, ਆਪਣਾ ਵਜ਼ੀਫਾ ਹਾਸਲ ਕਰਨ, ਇਹ ਵੀ ਆਵਾਜ਼ਾਂ ਪੈਂਦੀਆਂ ਨੇ। ਤੇ ਜੇ ਇਹ ਇਹਨਾਂ ਆਵਾਜ਼ਾਂ ਤੋਂ ਪੁਕਾਰਿਆ ਜਾਣਾ ਚਾਹੁੰਦੇ ਨੇ ਤੇ ਬਿਸਮਿਲ੍ਲਾ, ਜੋ ਮਰਜ਼ੀ ਕਰਨਗੇ। ਅੱਛਾ ਯਾਰ, ਇਹ ਰਾਣਾ ਸਾਹਿਬ ਵੇਖੋ, ਇਹ ਤੇ ਤੁਸੀਂ ਗੱਲ ਜਿਹੜੀ ਹੈ ਨਾ ਬੜੀ, ਯਾਨੀ ਮੇਰਾ ਤਾਂ ਦਿਲ ਹੀ ਦਹਿਲ ਗਿਆ ਇਹ ਗੱਲਾਂ ਸੁਣ ਕੇ, ਕਿਉਂਕਿ ਅਸੀਂ ਤੇ ਇਹਦੇ ਮੁਤਹੰਬਲ ਨਹੀਂ ਹੋ ਸਕਦੇ। ਲੇਕਿਨ ਮੈਂ ਤੁਹਾਡੇ ਕੋਲ ਆਖਰੀ ਸਵਾਲ ਇਹ ਕਰਾਂਗਾ ਕਿ ਇਹਦੇ ਵਿੱਚ ਇੱਕ ਆਮ ਜਿਹੜਾ ਬੰਦਾ ਹੈ ਉਹ ਕਿਸ ਤਰ੍ਹਾਂ ਜਿਹੜਾ ਨਾ ਆਪਣੇ ਆਪ ਨੂੰ ਕੰਪੋਜ਼ ਕਰੇ ਔਰ ਆਪਣਾ ਕੋਈ ਪੋਜ਼ੀਟਿਵ ਰੋਲ ਅਦਾ ਕਰੇ ਇਹਨਾਂ ਚੀਜ਼ਾਂ ਦੇ ਬਾਵਜੂਦ, ਔਰ ਕਿਸ ਤਰ੍ਹਾਂ ਉਹ ਜਿਹੜਾ ਨਾ ਇਹਨੂੰ ਇਹ ਸੂਰਤ ਹਾਲ ਨੂੰ ਚੇਂਜ ਕਰਨ 'ਚ ਆਪਣਾ ਕਿਰਦਾਰ ਅਦਾ ਕਰ ਸਕਦਾ? ਇਹਦੀ ਸਾਰੇ ਇੱਕ ਹੀ ਤਰੀਕਾਕਾਰ ਹੈ ਕਿ ਸਾਨੂੰ ਮੋਡਰੇਟਰ ਰਹਿਣਾ ਚਾਹੀਦਾ, ਸਾਨੂੰ ਕਿਸੇ ਪਾਰਟੀ ਦਾ ਹਿੱਸਾ ਨਹੀਂ ਬਣਨਾ ਚਾਹੀਦਾ, ਠੀਕ ਹੈ। ਹੱਕ ਦੀ ਆਵਾਜ਼ ਜਿੱਥੋਂ ਵੀ ਉੱਠੇ ਕੁਰਾਨ 'ਚ ਨਾ ਵਤੀਨੀ ਵਜ਼ਤੂਨੀ ਵਤੂਰ ਸੀਨੀਨਾ ਵ ਹਾਜ਼ਲ ਬਲਦਲ ਅਮੀਨ, ਇਹ ਜਿਹੜੀਆਂ ਸਰ ਅੱਲਾਹ ਤਾਲਾ ਨੇ ਵਤੀਨ ਕਿਹਾ ਨਾ,
ਹਮੇਸ਼ਾ ਅਰਬੀ ਦੇ ਵਿੱਚ ਜਿੱਥੇ ਲਫ਼ਜ਼ ਪਹਿਲਾਂ ਵਾਓ ਆਏਗਾ ਨਾ, ਉਹਦਾ ਮਤਲਬ ਕੋਈ ਕਸਮ ਨਹੀਂ ਹੁੰਦਾ। ਨਹੀਂ, ਉਹਦਾ ਮਤਲਬ ਹੁੰਦਾ ਹੈ ਸ਼ਹਾਦਤ। ਅੱਲਾਹ ਦਾ ਮੈਂ ਸ਼ਹਾਦਤ ਪੇਸ਼ ਕਰਨਾ ਕਿ ਇਹ ਉਹ ਹੀ ਆਵਾਜ਼ ਹੈ ਜਿਹੜੀ ਮੱਕਾ ਦੀ ਵਾਦੀ 'ਚ ਉਠਾਈ ਗਈ ਸੀ। ਵਾਜ਼ਲ ਬਲਦਲ ਅਮੀਨ, ਜਿਹੜੀ ਤੀਨ ਦੀ ਵਾਦੀ 'ਚ, ਜ਼ੈਤੂਨ ਦੀ ਵਾਦੀ 'ਚ ਤੇ ਸੀਨਾ ਦੀ ਵਾਦੀ 'ਚ ਉਹਨਾਂ 3 ਪੈਗੰਬਰਾਂ ਨੇ ਉਠਾਈ ਸੀ। ਇਹ ਹਜ਼ਰਤ ਈਸਾ ਨੇ, ਹਜ਼ਰਤ ਨੂਹ ਨੇ ਔਰ ਹਜ਼ਰਤ ਮੂਸਾ ਨੇ। ਤੇ ਇਹ ਉਹੀ ਆਵਾਜ਼ ਦਾ ਇੱਕ ਸੀਕਵੈਂਸ ਹੈ। ਇਸ ਤਰ੍ਹਾਂ ਹੀ ਸਰ ਅਸੀਂ ਸਿਰਫ ਆਵਾਜ਼ ਬੁਲੰਦ ਕਰਨੀ ਹੈ ਹੱਕ ਦੀ। ਹੁਣ ਇਹ ਹੱਕ ਦੀ ਆਵਾਜ਼ ਜਿਹੜੀ ਨਾ, ਇਹ ਨਹੀਂ ਰੁਕਣੀ ਚਾਹੀਦੀ। ਜਿੱਧਰੋਂ ਵੀ ਹੱਕ ਦੀ ਆਵਾਜ਼ ਆਵੇ ਨਾ, ਉਹਨੂੰ ਲੱਬੈਕ ਕਹਿਣਾ। ਸਾਡੇ ਵਾਸਤੇ ਇਹ ਮੁਲਕ ਵੀ ਆਪਣਾ, ਇਹ ਸਾਰੀ ਦੁਨੀਆ ਵੀ ਆਪਣੀ ਹੈ। ਮੋਮਨ ਦਾ ਕੋਈ ਇੱਕ ਮੁਲਕ ਨਹੀਂ ਹੁੰਦਾ, ਲੇਕਿਨ ਇਹਨਾਂ ਦਾ ਸਿਰਫ ਜਿਹੜਾ ਮੁਲਕ ਹੈ ਨਾ, ਜਿਹੜੇ ਲੋਕ ਇਹਨੂੰ ਤੋੜਨਾ ਚਾਹ ਰਹੇ ਨੇ ਜਾਂ ਇਹਦੇ ਖਿਲਾਫ ਚੱਲ ਰਹੇ ਨੇ, ਉਹਨਾਂ ਦਾ ਮੁਲਕ ਇਹ ਨਹੀਂ ਹੈਗਾ। ਉਹਨਾਂ ਦੇ ਮੁਲਕ ਉਹ ਹੀ ਨੇ ਜਿੱਥੇ ਉਹਨਾਂ ਦੀ ਦੌਲਤ ਹੈ, ਉਹਨਾਂ ਦੇ ਬੱਚੇ ਨੇ, ਉਹਨਾਂ ਦਾ ਇਕਤਦਾਰ ਹੈ, ਉਹਨਾਂ ਦਾ ਸਾਰਾ ਕੁਝ ਹੈ। ਉਹ ਸਿਰਫ ਇੱਥੇ ਪੈਦਾ ਜ਼ਰੂਰ ਹੋਏ ਸਨ, ਲੇਕਿਨ ਸਾਡਾ ਉਹਨਾਂ ਦਾ ਉਹਨਾਂ ਨੇ ਆਪਣਾ ਪੈਦਾ ਹੋਣਾ ਸਾਡੇ ਵਾਸਤੇ ਜੁਰਮ ਬਣਾ ਦਿੱਤਾ। ਜਦਕਿ ਅਸੀਂ ਇਸ ਮੁਲਕ ਦੇ ਨਾਲ ਲਾਇਲ ਹਾਂ ਇਸ ਹੱਦ ਤੱਕ ਕਿ ਅਸੀਂ ਆਪਣੀ ਜਾਨ ਮਾਲ, ਆਪਣੀ ਔਲਾਦ ਕੁਰਬਾਨ ਕਰਨ ਨੂੰ ਵੀ ਤਿਆਰ ਹਾਂ। ਤੇ ਸਾਡੇ ਲੋਕਾਂ ਨੂੰ ਇਸ ਨਾਲ ਤਕਲੀਫ ਦੇ ਕੇ ਉਹ ਜਿਹੜੇ ਲੋਕ ਇਹਨਾਂ ਕੋ ਕਰਵਾ ਵੀ ਰਹੇ ਨੇ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਉਹਨਾਂ ਵੀ ਨਹੀਂ ਰਹਿਣਾ। ਤੇ ਤੁਸੀਂ ਇਸ ਮੁਲਕ ਨੂੰ ਕਿਉਂ ਤੋੜਨਾ ਚਾਹੁੰਦੇ ਹੋ? ਅਗਰ ਇਹ 22 ਕਰੋੜ ਲੋਕਾਂ ਦਾ ਮੁਲਕ ਹੈ ਤੇ ਇਹਦੇ ਅੰਦਰ ਜ਼ਹੀਨ ਲੋਕ ਵੀ ਨੇ, ਲਾਇਲ ਵੀ ਨੇ, ਔਰ ਇਸ ਮੁਲਕ 'ਚ ਰਹਿਣਾ ਚਾਹੁੰਦੇ ਨੇ, ਇਹਨੂੰ ਕਾਇਮ ਰੱਖਣਾ ਚਾਹੁੰਦੇ ਨੇ। ਔਰ ਇਨਸ਼ਾਅੱਲਾ ਅਗਰ ਅੱਲਾਹ ਨੇ ਚਾਹਿਆ ਤਾਂ ਕਾਇਮ ਹੀ ਰਹੇਗਾ, ਟੁੱਟੇਗਾ ਨਹੀਂ। ਲੇਕਿਨ ਮੇਰਾ ਇਹ ਕਹਿਣਾ ਹੈ ਕਿ ਇਹ ਬੰਦੇ ਦੇ ਪੁੱਤਰ ਬਣ ਜਾਣ ਜਿਹੜੇ ਇਹਨੂੰ ਤੋੜਨਾ ਚਾਹ ਰਹੇ ਨੇ ਜਾਂ ਇਹਦੇ ਨਾਲ ਬਦਤਮੀਜ਼ੀ ਕਰ ਰਹੇ ਨੇ। ਇਹਨਾਂ ਨੂੰ ਚਾਹੀਦਾ ਕਿ ਇਹ ਕੰਮ ਨਾ ਕਰਨ, ਇਹ ਛੱਡ ਦੇਣ। ਕਿਉਂਕਿ ਹੁਣ ਤੱਕ ਤਾਰੀਖ ਗਵਾਹ ਹੈ ਕਿ ਜਿਹਨੇ ਵੀ ਇਸ ਮੁਲਕ ਨਾਲ ਛੇੜਛਾੜ ਕੀਤੀ ਹੈ ਨਾ, ਉਹ ਕੋਈ ਨਹੀਂ ਰਿਹਾ। ਤਾਰੀਖ ਗਵਾਹ ਇਸ ਗੱਲ ਦੀ। ਸਿਕੰਦਰ ਮਿਰਜ਼ਾ ਤੋਂ ਤੁਸੀਂ ਹਿਸਾਬ ਲਾ ਲਓ ਕੀ ਉਹਦਾ ਹਾਲ ਹੋਇਆ। ਉਸ ਤੋਂ ਬਾਅਦ ਤੁਸੀਂ ਵੇਖ ਲਓ ਅਯੂਬ ਖਾਨ ਨੂੰ ਲੋਕਾਂ ਨੇ ਕੀ ਆਖਿਆ। ਉਸ ਤੋਂ ਬਾਅਦ ਅਯੂਬ ਖਾਨ ਤੋਂ ਬਾਅਦ ਉਹ ਕੀ ਨਾਂ ਸੀ, ਯਾਹਿਆ ਖਾਨ, ਉਹਦਾ ਕੀ ਹਾਲ ਹੋਇਆ। ਯਾਨੀ ਹਰ ਕੋਈ ਉੱਡ ਗਿਆ ਤੇ ਇਹਨਾਂ ਦਾ ਅੰਜਾਮ ਹੀ ਇੰਝ ਕਰੀਬ। ਤੇ ਜੇ ਇਹ ਉਸ ਅੰਜਾਮ ਤੋਂ ਬਚਣਾ ਚਾਹੁੰਦੇ ਨੇ, ਅੱਲਾ ਦੇ ਕਹਿਰ ਤੋਂ ਬਚਣਾ ਚਾਹੁੰਦੇ ਨੇ, ਤੇ ਫਿਰ ਉਹਦਾ ਤਰੀਕਾਕਾਰ ਇਹ ਹੀ ਹੈ ਕਿ ਅੱਲਾ ਦੇ ਕਵਾਨੀਨ ਦੀ ਪਾਸਦਾਰੀ ਕਰਨ। ਇਸ ਮੁਲਕ ਨੂੰ, ਸਾਨੂੰ ਲੋਕਾਂ ਨੂੰ ਜ਼ਿੰਦਾ ਰਹਿਣ ਦੇਣ। ਬਸ ਮਿਹਰਬਾਨੀ। ਬਹੁਤ ਸ਼ੁਕਰੀਆ ਰਾਣਾ ਸਾਹਿਬ। ਨਾਜ਼ਰੀਨ, ਰਾਣਾ ਸਾਹਿਬ ਨੇ ਜਿਹੜਾ ਨਾ ਦਿਲੋਂ ਗੱਲਾਂ ਕੀਤੀਆਂ ਨੇ, ਔਰ ਜਿਹੜਾ ਨਾ ਮੈਂ ਵੀ ਉਹਨਾਂ ਨੂੰ ਸਮਝਿਆ ਕਿ ਮੈਂ ਵੀ ਜਿਹੜਾ ਨਾ ਆਮ ਬੰਦਿਆਂ 'ਚ ਫਿਰਨਾ, ਔਰ ਮੈਂ ਵੀ ਇੱਕ ਆਮ ਜਿਹਾ ਬੰਦਾ, ਮਾੜਾ ਜਿਹਾ ਬੰਦਾ ਵਾਂ। ਸਾਨੂੰ ਪਤਾ ਕੀ ਹਾਲਾਤ ਚੱਲ ਰਹੇ ਨੇ ਔਰ ਕੀ ਜਜ਼ਬਾਤ ਨੇ ਲੋਕਾਂ ਦੇ। ਔਰ ਰਾਣਾ ਸਾਹਿਬ ਨੇ ਇੱਕ ਬੜੀ ਮਜ਼ੇਦਾਰ ਗੱਲ ਕੀਤੀ ਹੈ। ਸਾਰੀਆਂ ਗੱਲਾਂ ਜਿਹੜੀਆਂ ਨਾ ਬੜੀਆਂ ਪੁਰਮਗਜ਼ ਸਨ ਔਰ ਬੜੀਆਂ ਜਿਹੜੀਆਂ ਨਾ ਇਨ ਡੈਪਥ ਗੱਲਾਂ ਸਨ, ਔਰ ਉਹਨਾਂ ਨੇ ਬੜੇ ਅੱਛੇ ਮੈਸੇਜ ਦਿੱਤੇ ਨੇ ਆਵਾਮ ਨੂੰ ਵੀ ਔਰ ਹੁਕਮਰਾਨਾਂ ਨੂੰ ਵੀ। ਲੇਕਿਨ ਮੈਂ ਇਖਤਤਾਮ ਉਹਨਾਂ ਦੀ ਇਸ ਗੱਲ ਨੂੰ ਜਿਹੜਾ ਨਾ ਸੈਕਿੰਡ ਕਰਦਿਆਂ ਹੋਇਆ ਕਰਾਂਗਾ ਕਿ ਉਹਨਾਂ ਨੇ ਕਿਹਾ ਕਿ ਵੇਖੋ, ਇਹ ਨਾ ਵੇਖੋ ਕਿ ਜਿਹੜਾ ਨਾ ਕੌਣ ਕਹਿ ਰਿਹਾ ਹੈ, ਇਹ ਵੇਖੋ ਕੀ ਕਹਿ ਰਿਹਾ ਹੈ। ਜਿਹੜਾ ਵੀ ਹੱਕ ਸੱਚ ਦੀ ਗੱਲ ਕਰ ਰਿਹਾ ਹੈ, ਉਹ ਕਿਸੇ ਪਾਰਟੀ ਦਾ, ਉਹ ਕਿਸੇ ਜਮਾਤ ਦਾ, ਉਹ ਸਾਨੂੰ ਉਹਦੇ ਨਾਲ ਲੱਗਣਾ ਚਾਹੀਦਾ। ਤੇ ਜਿਹੜਾ ਬੰਦਾ ਸਿਰਫ ਜ਼ਾਤੀ ਮੁਫਾਦ ਦੀ ਗੱਲ ਕਰ ਰਿਹਾ, ਜਿਹਦਾ ਕਰੈਕਟਰ ਜਿਹੜਾ ਨਾ ਉਹ ਠੀਕ ਨਹੀਂ, ਤੇ ਫਿਰ ਸਾਨੂੰ ਉਹਦੇ ਨਾਲ ਜਿਹੜਾ ਨਾ ਉਹ ਨਹੀਂ ਲੱਗਣਾ ਚਾਹੀਦਾ। ਇਹਦੇ ਨਾਲ ਹੀ ਆਪਣੇ ਹੋਸਟ ਨੂੰ ਇਜਾਜ਼ਤ ਦਿਓ। ਮਿਲਾਂਗੇ ਫਿਰ ਅਗਲੇ ਪ੍ਰੋਗਰਾਮ 'ਚ। ਅੱਲਾਹ ਹਾਫਿਜ਼।